ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਕੈਨੇਡਾ ਦੀ ਧਰਤੀ ਤੋਂ ਤਾਰਾਂ ਇਧਰੋਂ ਉਧਰੋਂ ਜੋੜਦਿਆਂ ਕਈ ਤਰ੍ਹਾਂ ਦੇ ਜੁਗਾੜ ਲਾ ਕੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਦੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਫਿਰ ਤੋਂ ਪਨੂ ਸਾਹਿਬ ਦੇ ਨਾਲ ਹਾਜ਼ਰ ਹਾਂ। ਸਭ ਤੋਂ ਪਹਿਲਾਂ ਆਪਾਂ ਪਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸਵਾਗਤ ਤਾਂ ਇੱਦਾਂ ਕਰਦੇ ਹੋ ਜਿਵੇਂ ਮੈਨੂੰ ਵੈਨਕੂਵਰ ਦੇ ਏਅਰਪੋਰਟ 'ਤੇ ਲੈਣ ਗਏ ਹੁੰਦੇ। ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਸਹੀ। ਹੁਣ ਇਸ ਉਮਰੇ ਮਾਂ ਨਾਲ ਮਸ਼ਕਰੀਆਂ ਕਰਨ ਦਾ ਦੌਰ ਆ ਗਿਆ ਨਾ। ਕੈਨੇਡਾ 'ਚੋਂ ਬਹਿ ਕੇ ਗੱਲੀ ਬਾਤੀ ਸਵਾਗਤ ਕਰਦੇ ਹੋ। ਫਿਰ ਵੀ ਤੁਹਾਡਾ ਧੰਨਵਾਦ। ਦੇਖੋ ਪਨੂ ਸਾਹਿਬ, ਇਹ ਆਸ਼ੀਰਵਾਦ ਤੇ ਤੁਹਾਡਾ ਹੀ ਆ। ਕਰਨ ਵਾਲੇ ਤੁਸੀਂ ਸਾਰੇ ਆਪ ਆ ਤੇ ਨਾ ਤੁਸੀਂ ਮੇਰਾ ਵਜਾਈ ਜਾਂਦੇ ਆ ਵੀ ਖਾਣੀ ਬੰਦਾ ਐਵੇਂ ਹੀ ਭੱਜ ਗਿਆ। ਇੱਦਾਂ ਕੋਈ ਜਾ ਸਕਦਾ ਦੱਸੋ? ਨਾ ਉਹ ਜਿਨ੍ਹਾਂ ਨੇ ਜਾ ਕੇ ਕਲਕੱਤੇ ਜਾਂ ਬੰਬੇ 'ਚ ਵੀ ਸ਼ਿਕਾਰ ਦੇ ਮੀਟ ਦੀ ਰੇਹੜੀ ਲਾਈ ਹੈ ਨਾ, ਉਹਨਾਂ ਸਾਰਿਆਂ ਉੱਤੇ ਲਿਖਿਆ ਹੁੰਦਾ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਦੇ ਆਸ਼ੀਰਵਾਦ ਨਾਲ ਬਣਿਆ। ਭਾਵੇਂ ਭਾਈ ਸਾਹਿਬ ਨੂੰ ਮਿਲੇ ਵੀ ਨਾ ਹੋਣ, ਕਿਉਂਕਿ ਅੰਮ੍ਰਿਤਸਰ ਵਾਲੇ ਦੀ ਮਸ਼ਹੂਰੀ ਚੱਲਦੀ, ਉਹਦਾ ਨਾਂ ਹੀ ਚੱਲੀ ਜਾਂਦਾ। ਇੱਥੇ ਵੀ ਹੁਣ ਨਾਂ ਚਲਾਈ, ਚਲੋ ਕੋਈ ਗੱਲ ਨਹੀਂ। ਪਰ ਸਾਡੇ ਵੱਲੋਂ ਸ਼ੁਭ ਕਾਮਨਾਵਾਂ। ਤੁਸੀਂ ਜਿੱਥੇ ਵੀ ਹੈ ਨਾ, ਸ਼ੁਭ ਕਾਮਨਾਵਾਂ। ਜਿਉਂਦੇ ਵਸਦੇ ਰਹੋ। ਇੰਨਾ ਕਿ ਤੁਸੀਂ ਦੋਵੇਂ ਨਾ, ਜਿਹੜੀ ਸਾਡੇ ਵੇਲੇ ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਰੇਡੀਓ 'ਤੇ ਉਹ ਇੱਕ ਦੋ ਜਣਾਂ ਦੀ ਜੋੜੀ ਆਉਂਦੀ ਹੁੰਦੀ ਸੀ ਦਿਹਾਤੀ ਪ੍ਰੋਗਰਾਮ 'ਚ। ਸਾਡੇ ਲਈ ਉੱਦਾਂ ਦੇ ਹੀ ਜਾਪਦੇ ਆ ਦੋਵੇਂ ਜਣੇ। ਹੁਣ ਜਦੋਂ ਤੁਸੀਂ ਉੱਥੇ ਦੋਵੇਂ ਇਕੱਠੇ ਹੋ ਗਏ ਨਾ, ਚੰਗਾ ਜਿਹਾ ਲੱਗਦਾ। ਬਹੁਤ ਮਿਹਰਬਾਨੀ ਪਨੂ ਸਾਹਿਬ। ਚਲੋ ਵਿੱਚ ਮੈਂ ਦੱਸ ਦਿਆਂ ਪਰਿਵਾਰ ਦੇ ਮੈਂਬਰਾਂ ਨੂੰ ਕਿ ਆਹ ਜਿਹੜੀ ਤਕਨੀਕ ਅੱਗੇ ਇੱਥੋਂ ਕੈਨੇਡਾ ਤੋਂ ਬਾਠ ਸਾਹਿਬ ਦੇ ਲਈ ਵਰਤੀ ਜਾਂਦੀ ਸੀ, ਉਹ ਤਕਨੀਕ ਅਸੀਂ ਹੁਣ ਫਿਰ ਪਨੂ ਸਾਹਿਬ ਦੇ ਲਈ ਕੈਨੇਡਾ ਤੋਂ ਵਰਤ ਲਿਆ ਕਰਾਂਗੇ ਤੇ ਵਿੱਚ ਮਿਲਦੇ ਰਿਹਾ ਕਰਾਂਗੇ। ਨਵਜੀਤ ਮੇਰੇ ਵੀਰ ਦਾ ਬਹੁਤ ਧੰਨਵਾਦ, ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਪਾਈ ਹੈ। ਪਰ ਵਿੱਚ ਮੈਂ ਵੀ ਤੰਗ ਕਰਦਾ ਰਿਹਾ ਕਰੂੰਗਾ ਆ ਕੇ ਪਨੂ ਸਾਹਿਬ ਨੂੰ। ਤੇ ਪਨੂ ਸਾਹਿਬ, ਵੈਸੇ ਅੱਜ ਮਾਹੌਲ ਚਾਲ ਕਿਦਾਂ ਦਾ ਜੀ ਇੱਥੋਂ ਦਾ ਹੁਣ ਮੌਸਮ? ਕਿਉਂਕਿ ਇੱਥੇ ਮੇਰੇ ਵਾਲੇ ਪਾਸੇ ਤੇ ਮੀਂਹ ਪਈ ਜਾਂਦਾ ਜੀ। ਕੁਝ ਨਾ ਕੁਝ ਬਾਰਿਸ਼ ਇੱਥੇ ਵੀ ਹੋ ਰਹੀ ਹੈ। ਸ਼ਾਇਦ ਉਹਦਾ ਵੈਨਕੂਵਰ ਵਾਲੀ ਦਾ ਅਸਰ ਹੋਵੇ, ਲੱਗਦਾ। ਅੱਜ ਸਵੇਰ ਦੇ 3-4 ਵਾਰ ਕਿਣਮਿਣ ਜੀ ਹੋਈ ਆ ਤੇ ਪੈਂਦਾ ਓਨਾ ਕੁ ਮੀਂਹ ਆ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਚਾਦਰ ਭਿਉਂ ਜਿਹਾ ਪੈ ਗਿਆ। ਵੈਸੇ ਤੜਕੇ ਜਦੋਂ ਮੈਂ 3 ਵਜੇ ਉੱਠਿਆ ਤੇ ਉਦੋਂ ਬੜੇ ਜ਼ੋਰ ਦੀ ਹਨੇਰੀ ਆਈ ਤੇ ਬੱਦਲ ਇੱਦਾਂ ਕੜਕਦੇ ਸੀ ਜਿਵੇਂ ਜਾਪਦਾ ਸੀ ਹੁਣੇ ਨਾ ਪਤਾ ਨਹੀਂ ਕੀ ਕਰ ਦੇਣਾ। ਮੈਂ ਡਰਦਾ ਸੀ ਕਿ ਇਹਨਾਂ ਦਿਨਾਂ 'ਚ ਮਾੜੇ ਮੋਟੇ ਕਿਣਮਿਣ ਹੋ ਜੇ ਤੇ ਉਹ ਤਾਂ ਫਾਇਦਾ, ਪਰ ਜ਼ਿਆਦਾ ਕਿਤੇ ਮੀਂਹ ਨਾ ਆ ਜੇ, ਫਸਲਾਂ ਨੂੰ ਨਾ ਤੰਗ ਕਰੇ। ਸਾਰਾ ਦਿਨ ਠੀਕ ਠਾਕ ਲੰਘ ਗਿਆ। ਹੁਣ ਜਦੋਂ ਮੈਂ ਆਇਆ ਸਟੂਡੀਓ ਤੱਕ ਤੇ ਆਉਂਦਿਆਂ ਮਤਲਬ ਇਹ ਹੈ ਕਿ ਰਾਹ 'ਚ ਕਿਤੇ ਕਿਣਮਿਣ ਜੀ ਹੋ ਗਈ ਸੀ। ਤੇ ਮੈਂ ਜਿਹੜੀ ਗੱਲ ਜਿੱਥੋਂ ਸ਼ੁਰੂ ਕਰਨੀ ਸੀ ਪਨੂ ਸਾਹਿਬ, ਉਹ ਇਹ ਹੈ ਕਿ ਅੱਜ ਜੇ ਮੈਂ ਗਲਤ ਨਹੀਂ ਗਾ ਤੇ 8 ਤਰੀਕ ਹੋ ਗਈ ਆ ਤੇ ਅੱਜ ਵੂਮਨਸ ਡੇ ਆ ਤੇ ਇਹਦੀਆਂ ਤਿਆਰੀਆਂ ਬੜੀਆਂ ਵੱਖਰੇ ਲੈਵਲ ਤੇ ਕੀਤੀ ਗਈਆਂ। ਖਾਸ ਕਰਕੇ ਜਿਹੜਾ ਖੇਤੀ ਅੰਦੋਲਨ ਚੱਲਦਾ ਪਿਆ, ਉਹਦੇ 'ਚ ਵੀ ਕਿਸਾਨ ਆਗੂਆਂ ਨੇ ਅੱਜ ਬੀਬੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ। ਇਹ ਜਿਹੜਾ ਇਸ ਅੰਦੋਲਨਾਂ ਦੇ ਵਿੱਚ ਵੀ ਇਸ ਦਿਨ ਨੂੰ ਯਾਦ ਰੱਖਿਆ ਗਿਆ ਤੇ ਨਾਲ ਉਹਨਾਂ ਦੀ ਭੂਮਿਕਾ ਨੂੰ ਬਰਾਬਰ ਤੇ ਰੱਖਿਆ ਗਿਆ। ਇਹਨੂੰ ਕਿਵੇਂ ਦੇਖਦੇ ਹੋ? ਅਮਰੀਕਾ ਦਾ ਟਾਈਮ ਮੈਗਜ਼ੀਨ ਸਾਰੀ ਦੁਨੀਆ 'ਚ ਮਸ਼ਹੂਰ ਹੈ ਤੇ ਉਹਦੇ ਕਵਰ ਪੇਜ ਦੇ ਉੱਤੇ ਜਿਹਦੀ ਫੋਟੋ ਆ ਜਾਵੇ, ਸਾਰੀ ਦੁਨੀਆ 'ਚ ਉਹਨੂੰ ਬਹੁਤ ਇੰਪਾਰਟੈਂਸ ਮਿਲਦੀ, ਬੜੀ ਮਹੱਤਤਾ ਮਿਲਦੀ ਹੈ। ਇਸ ਵਾਰੀ ਜਿਹੜਾ ਟਾਈਮ ਮੈਗਜ਼ੀਨ ਆ, ਉਹਨੇ ਦਿੱਲੀ ਦੇ ਕਿਸਾਨ ਧਰਨੇ ਜਿਹੜੀਆਂ ਬੀਬੀਆਂ ਬੈਠੀਆਂ ਨੇ, ਇੱਕ ਬੀਬੀ ਨੇ ਬੱਚਾ ਵੀ ਕੁਛੜ ਚੁੱਕਿਆ, ਇੱਕ ਦੇ ਕੋਲ ਬੱਚਾ ਖੜਾ, ਤੇ ਉਹਨਾਂ ਨਾਲ ਗੱਲਬਾਤ ਕਰਕੇ ਜਿਸ ਤਰ੍ਹਾਂ ਪ੍ਰਮੁੱਖਤਾ ਨਾਲ ਕਵਰ ਪੇਜ 'ਤੇ ਉਹਨਾਂ ਨੂੰ ਛਾਪਿਆ ਤੇ ਉਹਨਾਂ ਦੇ ਨਾਲ ਵਿਚਾਰ ਦਿੱਤੇ ਆ ਕਿ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਅਸੀਂ ਝੁਕਣ ਵਾਲੀਆਂ ਨਹੀਂ, ਅਸੀਂ ਡਰਨ ਵਾਲੀਆਂ ਨਹੀਂ। ਉਹ ਸਾਰਾ ਕੁਝ ਜੋ ਹੈ ਉਹਦੇ ਤੋਂ ਬੜਾ ਸਾਫ਼ ਦਿਸਦਾ ਕਿ ਉੱਥੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਡਟ ਕੇ ਖਲੋਤੀਆਂ ਨੇ। ਕਿਸਾਨਾਂ ਨੇ ਉਹਨਾਂ ਨੂੰ ਪੂਰਾ ਮੌਕਾ ਦਿੱਤਾ। ਉਹ ਮੌਕਾ ਮਿਲਣ ਦੇ ਨਾਲ ਉਹਨਾਂ ਦੇ ਲਹਿਰ ਦਾ ਮਾਣ ਵਧਿਆ। ਤੇ ਦੂਸਰੇ ਪਾਸੋਂ ਇਹ ਹੈ ਕਿ ਸਰਕਾਰ ਨੇ ਵੀ ਆਪਣੇ ਪੱਧਰ ਦੇ ਉੱਤੇ ਦਿਨ ਮਨਾਉਣੇ ਆ। ਵੱਖ ਜਥੇਬੰਦੀਆਂ ਨੇ ਵੀ ਕਾਲਜਾਂ ਸਕੂਲਾਂ ਵਿੱਚ ਵੀ ਮਨਾਏ ਜਾਣੇ ਆ। ਇਸ ਦਿਨ ਦੇ ਉੱਤੇ ਔਰਤਾਂ ਦੇ ਬਾਰੇ 'ਚ ਜਿੰਨੇ ਕਿਸੇ ਨੇ ਕੰਮ ਕੀਤੇ ਆ ਉਹ ਵੀ ਗਿਣਾਏ ਜਾਣੇ ਆ। ਜਿਨ੍ਹਾਂ ਨੇ ਸਿਰਫ ਵਾਅਦੇ ਕੀਤੇ ਸੀ, ਉਹਨਾਂ ਨੇ ਵੀ ਆਖਣਾ ਅਸੀਂ ਵਾਅਦਾ ਕੀਤਾ, ਉਹਦੇ ਵਾਸਤੇ ਅਸੀਂ ਵਚਨਬੱਧ ਹਾਂ। ਕਿੰਨੇ ਸਾਲਾਂ ਵਾਸਤੇ ਵਚਨਬੱਧ ਹਾਂ ਪਤਾ ਕੋਈ ਨਹੀਂ। ਜਿਹੜਾ 5 ਸਾਲ ਵਾਸਤੇ ਵਚਨਬੱਧ ਹੁੰਦਾ, ਉਹ ਇਹ ਆਖੀ ਜਾਂਦਾ ਬਸ ਇੱਕ ਵਾਰੀ ਹੋਰ ਦੇ ਦਿਓ, ਫਿਰ ਅਸੀਂ ਵਚਨਬੱਧ ਹਾਂ। ਉਹਨਾਂ ਦੀ ਵਚਨਬੱਧਤਾ ਵੀ ਦਿਖਾਉਣਗੇ। ਜਿਹੜਾ ਕੋਈ ਥੋੜ੍ਹਾ ਬਹੁਤ ਕੰਮ ਕੀਤਾ, ਉਹ ਔਰਤਾਂ ਵਾਸਤੇ ਦੱਸ ਕੇ ਕਿ ਅਸੀਂ ਆਹ ਕੰਮ ਕੀਤਾ, ਉਹਨਾਂ ਦੇ ਉੱਤੇ ਅਹਿਸਾਨ ਚਾੜਿਆ ਜਾਊ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਅਸੀਂ ਕਰ ਦਿੱਤਾ, ਜਦ ਕਿ ਉਹਨਾਂ ਨੂੰ ਅਜੇ ਤੱਕ ਬਹੁਤਾ ਕੁਛ ਦਿੱਤਾ ਨਹੀਂ ਗਿਆ। ਉਹ ਜਿਹੜੀ ਰਿਜ਼ਰਵੇਸ਼ਨ ਮੰਗਦੀਆਂ ਕਿ ਔਰਤਾਂ ਨੂੰ ਚੁਣੇ ਹੋਏ ਅਦਾਰਿਆਂ 'ਚ ਇੰਨੀ ਰਿਜ਼ਰਵੇਸ਼ਨ ਚਾਹੀਦੀ ਹੈ, ਉਹ ਮੰਗਦੀਆਂ ਇਸ ਕਰਕੇ ਹੈ ਕਿ ਅਜੇ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਿਆ। ਜਿੱਥੇ ਕਿਤੇ ਰਿਜ਼ਰਵੇਸ਼ਨ ਦਿੱਤੀ ਵੀ ਗਈ ਹੈ, ਉਹਦਾ ਵੀ ਜਲੂਸ ਨਿਕਲਿਆ ਪਿਆ। ਅਸੀਂ ਪਾਰਲੀਮੈਂਟ 'ਚ ਵੇਖੀਏ, ਕੁਝ ਬੀਬੀਆਂ ਇਸ ਕਰਕੇ ਪਾਰਲੀਮੈਂਟ 'ਚ ਨੇ ਕਿ ਉਹਨਾਂ ਦਾ ਪਤੀ, ਪਿਤਾ ਜਾਂ ਭਰਾ ਜਾਂ ਘਰ ਦਾ ਕੋਈ ਹੋਰ ਜੀਅ ਮਰ ਗਿਆ ਤੇ ਉਹਦੀ ਥਾਂ 'ਤੇ ਚੋਣ ਲੜਨੀ ਪਈ ਆ। ਕੁਝ ਬੀਬੀਆਂ ਇਸ ਕਰਕੇ ਨੇ ਕਿ ਉੱਥੇ ਉਹਨਾਂ ਕੋਲ ਦੂਸਰੀਆਂ ਪਾਰਟੀਆਂ ਕੋਲ ਕੋਈ ਹੋਰ ਬੰਦਾ ਹੈ ਨਹੀਂ ਸੀ ਤੇ ਮਜਬੂਰੀ 'ਚ ਉਹਨਾਂ ਨੂੰ ਟਿਕਟ ਦੇਣੀ ਪੈ ਗਈ ਹੈ। ਇੱਥੇ ਅਸੀਂ ਵੇਖਦੇ ਹਾਂ ਕੌਂਸਲਾਂ ਤੇ ਪੰਚਾਇਤਾਂ ਦੇ ਵਿੱਚ ਜਿਹੜੀਆਂ ਬੀਬੀਆਂ ਚੁਣੀਆਂ ਵੀ ਜਾਂਦੀਆਂ,
ਉਹਨਾਂ ਦੀ ਥਾਂ ਤੇ ਉਹਨਾਂ ਦੇ ਦਸਤਖਤ ਆਪੇ ਹੀ ਦਸਤਖਤ ਵੀ ਬਹੁਤ ਸਾਰੇ ਲੋਕ ਕਰ ਲੈਂਦੇ ਆ ਤੇ ਮੋਹਰਾਂ ਵੀ ਉਹਨਾਂ ਦੀਆਂ ਆਪਣੀ ਜੇਬ 'ਚ ਰੱਖਦੇ ਆ ਤੇ ਆਪੇ ਲਾ ਕੇ ਤੇ ਕੰਮ ਚਲਾਈ ਜਾਂਦੇ ਆ। ਅੱਜ ਕੱਲ੍ਹ ਪੰਜਾਬ ਵਿੱਚ ਇੱਕ ਲਫ਼ਜ਼ ਨਿਕਲ ਆਇਆ ਕੌਂਸਲਰ ਪਤੀ, ਸਰਪੰਚ ਪਤੀ, ਪੰਚ ਪਤੀ। ਉਹਦਾ ਮਤਲਬ ਪਤਾ ਕੀ ਆ ਕਿ ਬੀਬੀ ਇੱਥੇ ਕੌਂਸਲਰ ਆ ਤੇ ਉਹਦਾ ਬੀਬੀ ਦਾ ਪਤੀ ਆ, ਇਹੋ ਹੀ ਸਾਰੇ ਕੰਮ ਕਰਦਾ। ਸਰਪੰਚ ਬੀਬੀ ਆ ਤੇ ਉਹਦਾ ਪਤੀ ਆ ਤੇ ਇਹੋ ਹੀ ਸਾਰੇ ਕੰਮ ਕਰਦਾ। 7-8 ਸਾਲ ਪਹਿਲਾਂ ਪੰਜਾਬ ਸਰਕਾਰ ਨੇ, ਉਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ, ਜੇ ਕਾਂਗਰਸ ਦੀ ਹੁੰਦੀ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ। ਪੰਚਾਇਤ ਵਿਭਾਗ ਨੇ ਕਪੂਰਥਲੇ ਜ਼ਿਲ੍ਹੇ 'ਚ ਪੰਜਾਬ ਪੱਧਰ ਦਾ ਇੱਕ ਉਹਨਾਂ ਔਰਤਾਂ ਦਾ ਕੈਂਪ ਲਾਇਆ ਜਿਹੜੀਆਂ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਚੁਣੀਆਂ ਗਈਆਂ ਸੀ। ਉਹਨਾਂ ਦੇ ਵਿੱਚੋਂ ਮਸਾਂ ਹੀ 10% ਬੀਬੀਆਂ ਆਈਆਂ ਅਤੇ ਬਾਕੀ ਦੇ 90% ਦੇ ਕਰੀਬ ਬੰਦੇ ਆ ਗਏ। ਕਿਸੇ ਨੇ ਆਖਿਆ ਜੀ ਮੈਂ ਉਹਦਾ ਪਤੀ ਹਾਂ, ਕਿਸੇ ਨੇ ਆਖਿਆ ਜੀ ਮੇਰੀ ਮਾਂ ਪੰਚ ਹੈ, ਕਿਸੇ ਨੇ ਆਖਿਆ ਜੀ ਮੇਰੀ ਧੀ ਪੰਚ ਆ ਅਤੇ ਮੈਂ ਉਹਦੀ ਥਾਂ 'ਤੇ ਆ ਗਿਆ। ਉਹਨਾਂ ਨੂੰ ਫਿਰ ਧੰਨਵਾਦ ਕਹਿ ਕੇ ਮੋੜਿਆ ਗਿਆ ਕਿ ਤੁਸੀਂ ਚਲੇ ਜਾਓ ਅਤੇ ਭਾਜੀ ਉਹਨਾਂ ਨੂੰ ਭੇਜੋ। ਦੁਬਾਰਾ ਤਰੀਕ ਦਿੱਤੀ ਗਈ ਅਤੇ ਜਿੰਨੀਆਂ ਬੀਬੀਆਂ ਆਈਆਂ ਉਹਨਾਂ 'ਚੋਂ ਘੱਟੋ ਘੱਟ 60-70% ਦੇ ਨਾਲ ਉਹਨਾਂ ਦੇ ਘਰ ਦਾ ਕੋਈ ਨਾ ਕੋਈ ਮਰਦ ਮੈਂਬਰ ਆਇਆ, ਇਕੱਲੀਆਂ ਨਹੀਂ ਉਹਨਾਂ ਭੇਜੀਆਂ। ਫਿਰ ਉਹਨਾਂ ਹੀ ਕੈਂਪ ਵਾਸਤੇ ਪ੍ਰਬੰਧ ਕਰਨਾ ਪਿਆ ਬੀਬੀਆਂ ਵਾਸਤੇ ਅਤੇ ਉਹਨਾਂ ਹੀ ਨਾਲ ਦਾ ਇੱਕ ਹੋਰ ਕੈਂਪ ਲਾ ਕੇ ਉਹਨਾਂ ਦੇ ਨਾਲ ਆਏ ਮਰਦਾਂ ਵਾਸਤੇ ਕਰਨਾ ਪਿਆ। ਉਹਨਾਂ 'ਚੋਂ ਕਿਸੇ ਨੇ ਵੀ ਉਹਨਾਂ ਨੂੰ ਆਪਣੇ ਤੌਰ 'ਤੇ ਆਜ਼ਾਦਾਨਾ ਤੌਰ 'ਤੇ ਕੰਮ ਕਰਨ ਦੀ ਆਗਿਆ ਨਹੀਂ ਸੀ ਦਿੱਤੀ। ਮਾਣ ਅਸੀਂ ਬਹੁਤ ਮਹਿਸੂਸ ਕਰਦੇ ਹਾਂ ਕਿ ਔਰਤਾਂ ਜਹਾਜ਼ ਉਡਾ ਰਹੀਆਂ ਨੇ, ਔਰਤਾਂ ਰੇਲ ਚਲਾ ਰਹੀਆਂ ਨੇ, ਔਰਤਾਂ ਬੱਸ ਚਲਾ ਰਹੀਆਂ ਨੇ, ਔਰਤਾਂ ਹੁਣ ਤਾਂ ਜੰਗੀ ਜਹਾਜ਼ ਵੀ ਚਲਾਉਣ ਲੱਗ ਪਈਆਂ ਨੇ, ਔਰਤਾਂ ਪੁਲਾੜ ਵਿੱਚ ਚਲੀਆਂ ਗਈਆਂ ਨੇ। ਕਲਪਨਾ ਚਾਵਲਾ ਵੀ ਔਰਤ ਸੀ ਜਿਹੜੀ ਤਾਰਿਆਂ ਨੂੰ ਲੱਭਦੀ ਤਾਰਾ ਹੋ ਗਈ ਅਤੇ ਅੱਜ ਇੱਕ ਤਾਰੇ ਦਾ ਨਾਂ ਉਹਦੇ ਨਾਂ 'ਤੇ ਰੱਖਿਆ। ਜਿਹੜੀ ਸੁਨੀਤਾ ਵਿਲੀਅਮਸ ਉਹ ਵੀ ਔਰਤ ਹੈ। ਬਹੁਤ ਸਾਰੀਆਂ ਔਰਤਾਂ ਪੁਲਾੜ ਤੱਕ ਜਾ ਆਈਆਂ ਨੇ, ਬਿਨਾਂ ਕਿਸੇ ਆਸਰੇ ਤੋਂ ਅਸਮਾਨ ਦੇ ਵਿੱਚ ਉਡਾਰੀਆਂ ਵੀ ਲਾ ਆਈਆਂ ਨੇ। ਉਹ ਜਿਹੜੀ ਅਸਮਾਨ ਦੇ ਵਿੱਚ, ਅਸਮਾਨ ਨਾ ਕਹੋ, ਪੁਲਾੜ ਦੇ ਵਿੱਚ ਜਿਹੜੀ ਉਹਨਾਂ ਸਪੇਸ ਵਿੱਚ ਸੈਰ ਕੀਤੀ ਹੈ ਉਹਨੂੰ ਵੀ ਅਸੀਂ ਵੇਖ ਚੁੱਕੇ ਹਾਂ। ਇਹਦੇ ਬਾਵਜੂਦ ਅੱਜ ਵੀ ਔਰਤ ਇਕੱਲੀ ਕਿਤੇ ਵੀ ਜਾਣ ਲੱਗਿਆਂ ਝਿਜਕਦੀ ਆ, ਹਾਏ ਮੈਂ ਉੱਥੇ ਕੀ ਕਰੂੰ, ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ। ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਕਿਸੇ ਥਾਂ ਦੇ ਉੱਤੇ ਕੀ ਹੋ ਗਿਆ। ਉਹ ਸਾਰੀਆਂ ਖਬਰਾਂ ਪੜ੍ਹਨ ਤੋਂ ਬਾਅਦ ਮਨ ਵਿੱਚ ਆਉਂਦਾ ਕਿ ਔਰਤਾਂ ਵਾਸਤੇ ਜਿੰਨਾ ਕੁ ਕੰਮ ਕੀਤਾ ਗਿਆ, ਉਹ ਉਰਦੂ ਦਾ ਸ਼ੇਰ ਆ, ਮਰਜ਼ ਵੜਤਾ ਗਿਆ ਜਿਉਂ-ਜਿਉਂ ਦਵਾ ਕੀ। ਉਹ ਜਿੰਨੀ ਕੁ ਦਵਾਈ ਕੀਤੀ ਗਈ ਉਹਦੇ ਬਾਵਜੂਦ ਮਰਜ਼ ਘਟਿਆ ਨਹੀਂ, ਵੱਧਦਾ ਗਿਆ। ਅਸੀਂ ਇਸ ਵਾਰੀ ਦੇ ਔਰਤਾਂ ਦੇ ਇਸ ਦਿਨ ਦੇ ਉੱਤੇ ਇਹ ਕਾਮਨਾ ਕਰਾਂਗੇ ਕਿ ਉਹਨਾਂ ਵਾਸਤੇ ਵਾਅਦੇ ਸਿਰਫ ਵਾਅਦੇ ਨਾ ਰਹਿਣ, ਉਹਨਾਂ ਨੂੰ ਗੱਲਾਂ ਬਾਤਾਂ ਦੇ ਜਿਹੜੇ ਇਹ ਮਖਾਣੇ ਨਾ ਵੰਡੇ ਜਾਣ, ਅਮਲ ਵਿੱਚ ਉਹਨਾਂ ਵਾਸਤੇ ਜੋ ਕੁਝ ਕਰਨ ਦੀ ਲੋੜ ਆ ਉਹ ਸਾਰਾ ਕੁਝ ਕਰਕੇ ਵਿਖਾਇਆ ਜਾਵੇ। ਬਿਲਕੁਲ ਠੀਕ ਹੈ ਪੰਨੂ ਸਾਹਿਬ। ਵੈਸੇ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿੱਥੇ ਤਾਂ ਲੰਬੜਦਾਰੀ ਦੀ ਗੱਲ ਹੁੰਦੀ ਆ ਉੱਥੇ ਤਾਂ ਲੋਕ ਵਾਕਿਆ ਜਿੱਦਾਂ ਤੁਸੀਂ ਦੱਸਿਆ ਕੌਂਸਲਰ ਪਤੀ ਤੇ ਕੌਂਸਲਰ ਸਰਪੰਚ ਜਿਹੜੇ ਨੇ ਜਿਹੜੇ ਸਰਪੰਚ ਪਤੀ ਤੇ ਸਰਪੰਚ ਆਪਣੇ ਆਪ ਨੂੰ ਅਖਾਉਣ ਵਾਲੇ ਲੋਕ ਅੱਗੇ ਆ ਜਾਂਦੇ ਆ। ਪਰ ਇੱਥੇ ਸੰਘਰਸ਼ ਚੱਲਦਾ ਪਿਆ, ਉੱਥੇ ਤਾਂ ਦੇਖ ਲਓ ਇੱਦਾਂ ਨਹੀਂ ਹੋ ਰਿਹਾ ਨਾ। ਇੱਥੇ ਤਾਂ ਬੀਬੀਆਂ ਆਪ ਸਗੋਂ ਅੱਗੇ ਵੱਧ ਚੜ ਕੇ ਆ ਰਹੀਆਂ ਤੇ ਇਹ ਜਿਹੜਾ ਇੱਕ ਵੱਖਰਾ ਰੂਪ ਹੈ ਇਹਨੂੰ ਤੇ ਮੇਰੇ ਖਿਆਲ ਨੋਟ ਕਰਨਾ ਚਾਹੀਦਾ ਇੱਥੇ। ਬਿਲਕੁਲ, ਉਹ ਤਾਂ ਮੈਂ ਪਹਿਲਾਂ ਕਹਿ ਦਿੱਤਾ ਕਿ ਉਹ ਜਿਸ ਤਰ੍ਹਾਂ ਜਾ ਕੇ ਧਰਨੇ ਤੇ ਡਟ ਕੇ ਖਲੋਤੀਆਂ ਨੇ, ਇਹ ਸੁਚੇਤ ਬੀਬੀਆਂ ਨੇ, ਇਹ ਉਸ ਦੌਰ ਦੇ ਵਿੱਚੋਂ ਲੰਘ ਚੁੱਕੀਆਂ ਨੇ। ਉੱਥੇ ਗਈ ਬੀਬੀ ਮਹਿੰਦਰ ਕੌਰ ਨੂੰ ਕੰਗਣਾ ਰਣੌਤ ਨੇ ਚੜਾਇਆ ਸੀ ਅਤੇ ਉਹਦੇ ਤੋਂ ਬਾਅਦ ਬੀਬੀ ਮਹਿੰਦਰ ਕੌਰ ਦੀਆਂ ਜਿੰਨੀਆਂ ਥਾਵਾਂ 'ਤੇ ਇੰਟਰਵਿਊਜ਼ ਆਈਆਂ ਨੇ, ਉਹਦਾ ਪਤੀ ਲਾਗੇ ਬੈਠਾ, ਪਤੀ ਘੱਟ ਬੋਲਿਆ, ਬੀਬੀ ਮਹਿੰਦਰ ਕੌਰ ਨੇ ਠੋਕ ਕੇ ਜਵਾਬ ਦਿੱਤੇ ਆ, ਜਿਹ 'ਚ ਉਹਨੇ ਕਾਨੂੰਨਾਂ ਦੇ ਵੀ ਤਿੰਨਾਂ ਦੇ ਨਾਂ ਗਿਣ ਕੇ ਦੱਸੇ ਆ ਅਤੇ ਇਹ ਵੀ ਦੱਸਿਆ ਸਾਡੀਆਂ ਲੋੜਾਂ ਕੀ ਆ, ਸਾਡੀਆਂ ਦਾ ਮਤਲਬ ਕਿਸਾਨਾਂ ਦੀਆਂ ਲੋੜਾਂ ਕੀ ਆ। ਜਿਹੜੀਆਂ ਕਿਸਾਨ ਬੀਬੀਆਂ ਉੱਥੇ ਗਈਆਂ ਉਹਨਾਂ ਨੇ ਖੁਦ ਟਰੈਕਟਰ ਚਲਾ ਕੇ ਵਿਖਾਇਆ ਕਿ ਆ ਵੇਖੋ ਅਸੀਂ ਚਲਾਉਂਦੀਆਂ। ਜਦੋਂ ਉੱਥੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਹੋਇਆ ਅਤੇ ਇੱਥੇ ਬੀਬੀਆਂ ਨੇ ਉੱਥੇ ਜਾਣ ਤੋਂ ਪਹਿਲਾਂ ਕੁਛ ਬੀਬੀਆਂ ਨੇ ਆਪੋ ਆਪਣੇ ਪਿੰਡਾਂ 'ਚ, ਕੁਛ ਨੇ ਨੇੜਲੇ ਸ਼ਹਿਰਾਂ 'ਚ ਜਾ ਕੇ ਟਰੈਕਟਰ ਚਲਾ ਕੇ ਲੋਕਾਂ ਨੂੰ ਆਖਿਆ ਕਿ ਆਓ ਵੇਖੋ ਅਸੀਂ ਤੁਹਾਡੇ ਸ਼ਹਿਰ 'ਚ ਟਰੈਕਟਰ ਮਾਰਚ ਕਰਦੀਆਂ ਪਈਆਂ ਅਤੇ ਅਸੀਂ ਉੱਥੇ ਜਾਣਾ। ਇਹਨਾਂ ਬੀਬੀਆਂ ਦੀ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ। ਇਹ ਸਾਰੀਆਂ ਜਿਸ ਦਿਨ ਉੱਥੇ 26 ਜਨਵਰੀ ਦਾ ਟਰੈਕਟਰ ਮਾਰਚ ਹੋਇਆ, ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਗੜਬੜ ਹੋ ਗਈ। ਉਸ ਟਰੈਕਟਰ ਮਾਰਚ ਦੇ ਵਿੱਚ ਵੀ ਬਹੁਤ ਸਾਰੀਆਂ ਬੀਬੀਆਂ ਆਪ ਟਰੈਕਟਰ ਚਲਾ ਰਹੀਆਂ ਸਨ ਅਤੇ ਪਿੱਛੇ ਟਰਾਲੀ ਦੇ ਵਿੱਚ ਲੋਕ ਭਰੇ ਹੋਏ ਸਨ। ਇਹਨਾਂ ਸਾਰੀਆਂ ਦੀ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ। ਕੁਝ ਬੀਬੀਆਂ ਦੀਆਂ ਮੈਂ ਰਿਪੋਰਟਾਂ ਪੜ੍ਹੀਆਂ ਨੇ ਕਿ ਉਹਨਾਂ ਪਰਿਵਾਰ ਦੇ ਲੋਕਾਂ ਨੂੰ ਆਖਿਆ ਕਿ ਤੁਸੀਂ ਧਰਨੇ 'ਤੇ ਡਟੇ ਰਹੋ, ਪਿੱਛੇ ਖੇਤੀ ਅਸੀਂ ਸਾਂਭਾਂਗੀਆਂ। ਇੱਕ ਥਾਂ ਤੋਂ ਇੱਕ ਕੁੜੀ ਦਾ ਬਿਆਨ ਆਇਆ ਸੀ TV 'ਤੇ, ਉਹ ਕਹਿੰਦੀ ਬਾਪੂ ਤੂੰ ਪਿੱਛਾ ਭੌਂਕ ਕੇ ਨਾ ਵੇਖੀ, ਤੇਰੀ ਧੀ ਨਹੀਂ ਤੇਰਾ ਪੁੱਤ ਸਮਝ ਖੇਤਾਂ 'ਚ ਫਿਰਦਾ, ਮੈਂ ਤੇਰੇ ਪੁੱਤ ਜਿੰਨੇ ਕੰਮ ਕਰੂੰਗੀ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੰਦੀ, ਖੇਤੀ ਤੇਰੇ ਆਉਂਦਿਆਂ ਨੂੰ ਲਹਿ ਲਹਾਉਂਦੀ ਮਿਲੂਗੀ, ਬਹੁਤ ਨਿਸਰੀ ਤੈਨੂੰ ਕਣਕ ਮਿਲੇਗੀ, ਸਭ ਕੁਝ ਮਿਲੇਗਾ ਅਤੇ ਤੂੰ ਚਿੰਤਾ ਨਹੀਂ ਕਰਨੀ। ਜਦੋਂ ਔਰਤਾਂ ਨੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਅਤੇ ਜਿਹੜੀਆਂ ਔਰਤਾਂ ਨੇ ਇਹ ਕੁਛ ਕਰਕੇ ਵਿਖਾਇਆ, ਉਹਨਾਂ ਦੀ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ। ਉਹ ਹੁਣੇ ਇੱਕ ਸਾਡੇ ਪੰਜਾਬ ਦੀ ਮਜ਼ਦੂਰ ਵਰਕਰ ਕੁੜੀ ਹੈ ਨਵਦੀਪ ਕੌਰ, ਉਹਨੇ ਦਿੱਲੀ 'ਚ ਕਿੰਨਾ ਤਸ਼ੱਦਦ ਝੱਲਿਆ ਔਰ ਇਹਨਾਂ ਤਸ਼ੱਦਦ ਝੱਲਣ ਤੋਂ ਬਾਅਦ ਵੀ ਉਹਨੇ ਜੇਲ੍ਹ ਦੇ ਵਿੱਚ ਵੀ ਜਾ ਕੇ ਕੋਈ ਕਮਜ਼ੋਰੀ ਨਹੀਂ ਵਿਖਾਈ।
ਵਾਪਸ ਆਈ ਹੈ ਤੇ ਆ ਕੇ ਫਿਰ ਕਿਸਾਨਾਂ ਦੇ ਉਸ ਮੰਚ ਦੇ ਉੱਤੇ ਜਾ ਕੇ ਵੀ ਸਭ ਕੁਝ ਦੱਸਿਆ ਕਿ ਮੈਂ ਜੇਲ੍ਹ ਵਿੱਚ ਸੀ ਤੇ ਮੇਰੇ ਨਾਲ ਕੀ ਹੋਇਆ ਤੇ ਥਾਣੇ ਵਿੱਚ ਮੇਰੇ ਨਾਲ ਕੀ ਹੋਇਆ। ਔਰ ਪੁਲਿਸ ਵਾਲਿਆਂ ਨੇ ਜਿਹੜੀ ਬੁਰਸ਼ਾਗਰਦੀ ਕੀਤੀ, ਮਰਦ ਪੁਲਿਸੀਆਂ ਨੇ ਉਹਦੇ ਹਿੱਕ ਤੇ ਬਹਿ ਕੇ ਉਹਦਾ ਜਿਹੜਾ ਉਹ 'ਤੇ ਟਾਰਚਰ ਕੀਤਾ, ਜਿੰਨਾ ਉਹਦੇ ਨਾਲ ਤਸ਼ੱਦਦ ਕੀਤਾ ਗਿਆ, ਉਹਦੇ ਬਾਵਜੂਦ ਉਹ ਕਹਿੰਦੀ ਹੈ ਕਿ ਜੇ ਹੱਕ ਲੈਣੇ ਆ ਤੇ ਤਸ਼ੱਦਦ ਸਾਨੂੰ ਝੱਲਣੇ ਪੈਣੇ ਆ। ਇਹੋ ਜਿਹੀਆਂ ਔਰਤਾਂ ਜਿਹੜੀਆਂ ਹਿੰਮਤ ਨਾਲ ਲੜ ਰਹੀਆਂ ਨੇ, ਉਹਨਾਂ ਨੇ ਸਾਨੂੰ ਵਿਖਾ ਦਿੱਤਾ ਕਿ ਪਿਛਲੇ ਸਮਿਆਂ 'ਚ ਸਾਡੇ ਪੰਜਾਬ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਬਹੁਤ ਸਾਰੇ ਮੌਕਿਆਂ ਦੇ ਉੱਤੇ ਔਰਤਾਂ ਨੇ ਸੰਘਰਸ਼ ਦੀ ਅਗਵਾਈ ਕੀਤੀ ਹੋਈ ਹੈ। ਉਹ ਵੀ ਮੌਕਾ ਸੀ ਜਦੋਂ ਮੁਕਤਸਰ ਦੇ ਵਿੱਚ ਖਿਦਰਾਣੇ ਦੀ ਢਾਬ 'ਚ ਜਾ ਕੇ ਮਾਈ ਭਾਗੋ ਲੜੀ ਸੀ। ਉਹ ਵੀ ਮੌਕਾ ਸੀ ਜਦੋਂ ਜਮਰੌਦ ਦੇ ਕਿਲ੍ਹੇ ਵਿੱਚ ਬੀਬੀ ਹਰਸ਼ਰਨ ਕੌਰ ਹਰੀ ਸਿੰਘ ਨਲੂਏ ਕੋਲ ਚਿੱਠੀ ਲੈ ਕੇ ਪਹੁੰਚੀ ਸੀ, ਬੜੀ ਬਹਾਦਰੀ ਕੀਤੀ ਸੀ। ਉਹ ਵੀ ਮੌਕਾ ਸੀ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਅਮਰੀਕਾ ਕੈਨੇਡਾ 'ਚੋਂ ਲਹਿਰ ਉੱਠੀ ਗਦਰ ਪਾਰਟੀ ਦੀ, ਤੇ ਉਹਦੇ 'ਚ ਬੀਬੀ ਗੁਲਾਬ ਕੌਰ ਆਈ, ਤੇ ਜਿੰਨੀ ਉਹਦੀ ਕੁਰਬਾਨੀ ਸੀ, ਅੱਜ ਤੱਕ ਪੰਜਾਬ ਦੇ ਲੋਕ ਜਿਹੜੇ ਦੇਸ਼ ਭਗਤੀ ਉੱਤੇ ਮਾਣ ਕਰਦੇ ਆ, ਦੇਸ਼ ਭਗਤ ਲਹਿਰਾਂ ਤੇ ਗਦਰ ਪਾਰਟੀ 'ਤੇ ਮਾਣ ਕਰਦੇ ਆ, ਉਹ ਸਾਰੇ ਨਾਲ ਦੀ ਨਾਲ ਉਸ ਬੀਬੀ ਗੁਲਾਬ ਕੌਰ ਜਿਹਦਾ ਨਾਂ ਗਦਰ ਪਾਰਟੀ ਵਾਲਿਆਂ ਨੇ ਗਦਰੀ ਗੁਲਾਬ ਰੱਖਿਆ ਸੀ, ਉਹਦਾ ਵੀ ਮਾਣ ਸਤਿਕਾਰ ਓਨਾ ਹੀ ਕਰਦੇ ਆ। ਤੇ ਜਿਹੜੀਆਂ ਬੀਬੀਆਂ ਅੱਜ ਸੰਘਰਸ਼ ਦੇ ਮੈਦਾਨ 'ਚ ਆ, ਨਾ ਇਹਨਾਂ ਦਾ ਵੀ ਗੂੰਜਿਆ ਕਰੇਗਾ, ਹਮੇਸ਼ਾ ਇਹਨਾਂ ਦੀ ਚਰਚਾ ਹੋਵੇਗੀ। ਬਿਲਕੁਲ ਜੀ। ਪਰ ਮੈਂ ਜਦੋਂ ਹੁਣ ਇਹ ਖੇਤੀ ਅੰਦੋਲਨ ਨੂੰ ਦੇਖਦਾ ਸੁਣਦਾ ਤੇ ਇੱਧਰ ਆ ਕੇ ਵੀ ਬਹੁਤਾ ਮੁਲਾਕਾਤ ਤਾਂ ਨਹੀਂ ਹੋਈ, ਪਰ ਫਿਰ ਵੀ ਜਿਹੜਾ ਕੋਈ ਫੋਨ ਰਾਹੀਂ ਸੰਪਰਕ ਹੁੰਦਾ ਜਾਂ ਜਿਹੜੇ ਵੀ ਕਿਸੇ ਦੇ ਜ਼ੁਬਾਨ ਦੇ ਉੱਪਰ ਪਹਿਲਾ ਸਵਾਲ ਮੈਂ ਸੁਣਦਾ ਤੇ ਉਹ ਇਹੀ ਹੈ ਕਿ ਵੀ 100 ਦਿਨ ਤੋਂ ਉੱਪਰ ਹੋ ਗਿਆ ਉੱਥੇ ਬੈਠਿਆਂ ਨੂੰ, ਤੇ ਉੱਥੇ ਬੈਠੇ ਜਿਹੜਾ ਕਿਸਾਨ ਨੇ ਉਹਨਾਂ ਦੇ ਹੌਸਲੇ ਤਾਂ ਬੁਲੰਦ ਨੇ, ਅਗਲੇ ਪ੍ਰੋਗਰਾਮ ਵੀ ਉਹ ਦੇਈ ਜਾ ਰਹੇ ਨੇ ਲਗਾਤਾਰ, ਪਰ ਸਰਕਾਰ ਵਾਲੇ ਪਾਸਿਓਂ ਜਿਹੜਾ ਉਹੀ ਰਾਗ ਲਗਭਗ 1 ਮਹੀਨੇ ਤੋਂ ਵੱਧ ਸਮੇਂ ਤੋਂ ਅਲਾਪਿਆ ਜਾ ਰਿਹਾ ਹੈ ਕਿ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ, ਗੱਲਬਾਤ ਨੂੰ ਤਿਆਰ ਹਾਂ, ਪ੍ਰਪੋਜ਼ਲ ਦਿੱਤਾ ਗਿਆ, ਕਿਸਾਨ ਹਾਮੀ ਭਰਨਾ, ਇਹ ਜਿਹੜਾ ਡੈਡਲੌਕ ਜਿਹਾ ਇੱਕ ਤਰ੍ਹਾਂ ਦਾ ਬਣ ਗਿਆ, ਇਹ ਕਿਵੇਂ ਟੁੱਟੂਗਾ ਜੀ? ਇਹ ਡੈਡਲੌਕ ਅਜੇ ਛੇਤੀ ਤਾਂ ਟੁੱਟਦਾ ਨਹੀਂ ਜਾਪਦਾ। ਹੁਣ ਕੁਝ ਲੋਕ ਕਹਿੰਦੇ ਆ ਕਿ ਜੇ ਬੰਗਾਲ ਦੀਆਂ ਚੋਣਾਂ 'ਚ ਝਟਕਾ ਲੱਗ ਗਿਆ ਸਰਕਾਰ ਨੂੰ, ਫਿਰ ਡੈਡਲੌਕ ਟੁੱਟ ਸਕਦਾ। ਕਿਸਾਨ ਇਸ ਵੇਲੇ ਦਿੱਲੀ ਤੋਂ ਕਿਸਾਨਾਂ ਦੇ ਆਗੂ ਤੁਰ ਪਏ ਨੇ, ਉਹ ਬੰਗਾਲ ਵੱਲ ਵੀ ਜਾਣਗੇ ਅਸਾਮ ਵਿੱਚ ਵੀ, ਜਿੱਥੇ ਉਹਨਾਂ ਦੀ ਜਕੜ ਇਸ ਵੇਲੇ ਓਨੀ ਆ ਜਿੰਨੀ ਗੁਜਰਾਤ ਵਿੱਚ ਆ, ਉਹ ਜਾਣਗੇ ਤਾਮਿਲਨਾਡੂ 'ਚ ਵੀ, ਕੇਰਲਾ ਵਿੱਚ ਵੀ ਕਿਸਾਨਾਂ ਦੇ ਗਰੁੱਪ ਸਰਗਰਮ ਹੋ ਗਏ ਆ ਭਾਜਪਾ ਦੇ ਖਿਲਾਫ। ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਉਹ ਜਾ ਕੇ ਲੋਕਾਂ ਨੂੰ ਸੁਚੇਤ ਕਰਨਗੇ ਕਿ ਸਾਡੇ ਨਾਲ ਇਸ ਪਾਰਟੀ ਨੇ ਆਹ ਕੀਤਾ, ਤੇ ਜਦੋਂ ਤੁਹਾਡੇ ਆਈ ਤੇ ਪਤਾ ਨਹੀਂ ਕੀ ਕਰੇਗੀ। ਉਹ ਸਾਰੀਆਂ ਥਾਵਾਂ 'ਤੇ ਜਾ ਕੇ ਸੁਚੇਤ ਕਰਨਗੇ। ਸਰਕਾਰ ਦਾ ਵਤੀਰਾ ਸੱਚਮੁੱਚ ਨਿੰਦਣਯੋਗ ਹੈ। ਇੱਕ ਪਾਸੇ ਉਹ ਕਹਿੰਦੀ ਹੈ ਕਿ ਤੁਸੀਂ ਆਓ, ਅਸੀਂ ਸੋਧਾਂ ਕਰਨ ਲਈ ਤਿਆਰ ਹਾਂ, ਦੂਜੇ ਪਾਸੇ ਉਹ ਬਾਹਰ ਜਾ ਕੇ ਕਹਿੰਦੀ ਹੈ ਕਿ ਕਾਨੂੰਨ ਅਸੀਂ ਇਸ ਤਰ੍ਹਾਂ ਦਾ ਬਣਾਇਆ ਕਿ ਇਹਦੇ 'ਚ ਇੱਕ ਜ਼ਰਾ ਜਿੰਨਾ ਵੀ ਨੁਕਸ ਨਹੀਂ, ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। ਜੇ ਦੁੱਗਣੀ ਕਰ ਦੇਣ ਦਾ ਤੁਹਾਨੂੰ ਯਕੀਨ ਆ, ਤੁਹਾਨੂੰ ਇਹ ਪਤਾ ਕਿ ਇਹ ਬਿਲਕੁਲ ਠੀਕ ਠਾਕ ਹੈ, ਤੇ ਫਿਰ ਸੋਧਾਂ ਕਰਨਾ ਵੀ ਕਿਉਂ ਮੰਨ ਗਏ? ਤੇ ਜੇ ਸੋਧਾਂ ਕਰਨੀਆਂ ਮੰਨਣੀਆਂ ਸੀ ਤੇ ਇਹ 20 ਜਨਵਰੀ ਨੂੰ ਜਾ ਕੇ ਕਿਉਂ ਮੰਨੀਆਂ? ਇਹੋ ਸੋਧਾਂ ਕਰਨੀਆਂ ਸੀ ਜਦੋਂ ਸਤੰਬਰ 'ਚ ਅਸੀਂ ਲੋਕ ਕਹਿੰਦੇ ਸੀ। ਤੁਹਾਨੂੰ ਗੁਰਪ੍ਰੀਤ ਜੀ ਪਤਾ ਹੈ ਕਿ ਉਸ ਵਕਤ ਅਸੀਂ ਸੁਝਾਅ ਦਿੱਤਾ ਸੀ, ਅਸੀਂ ਇਕੱਠਿਆਂ ਇੱਕੋ ਪ੍ਰੋਗਰਾਮ 'ਤੇ ਦੋਵੇਂ ਬੈਠੇ ਸਾਂ, ਇਹ ਸੁਝਾਅ ਦਿੱਤਾ ਸੀ ਕਿ ਸਰਕਾਰ ਨੇ ਜੇ ਗੱਲਬਾਤ ਕਰਨੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ 3 ਕਾਨੂੰਨਾਂ ਨੂੰ ਸਸਪੈਂਡ ਕਰੇ। ਉਦੋਂ ਸਰਕਾਰ ਨੇ ਸਸਪੈਂਡ ਕਿਉਂ ਨਾ ਕੀਤੇ? 20 ਜਨਵਰੀ ਨੂੰ ਜਾ ਕੇ ਆਖਿਆ ਸੀ 1 ਸਾਲ ਲਈ ਸਸਪੈਂਡ ਕਰਨ ਲਈ ਤਿਆਰ ਹੈ, 2 ਸਾਲ ਲਈ ਸਸਪੈਂਡ ਕਰਨ ਲਈ ਤਿਆਰ ਹੈ, ਫਿਰ 2.5 ਤੇ ਵੀ ਆ ਗਏ। ਪਰ ਜੇ ਮੁੱਢਲੇ ਪੜਾਅ ਦੇ ਉੱਤੇ ਇਹ ਸਸਪੈਂਡ ਕਰਕੇ ਗੱਲਬਾਤ ਕੀਤੀ ਜਾਂਦੀ ਤੇ ਉਹ ਪੜਾਅ ਇਹੋ ਜਿਹਾ ਸੀ ਜਦੋਂ ਕਿਸਾਨਾਂ ਦੇ ਲੀਡਰ ਹੁੰਗਾਰਾ ਭਰ ਸਕਦੇ ਸਨ। ਸਭ ਕੁਝ ਗਵਾਉਣ ਤੋਂ ਬਾਅਦ ਹੁਣ ਸਰਕਾਰ ਜੋ ਕੁਝ ਕਰਦੀ ਪਈ ਹੈ, ਇਹ ਅਜੇ ਵੀ ਬਹੁਤਾ ਠੀਕ ਨਹੀਂ। ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਦਾ ਤੇ ਆੜ੍ਹਤੀਆਂ ਦਾ, ਕਿਸਾਨਾਂ ਦਾ ਤੇ ਸ਼ੈਲਰ ਮਾਲਕਾਂ ਦਾ, ਇਹਨਾਂ ਸਾਰਿਆਂ ਦਾ ਆਪਸ ਵਿੱਚ ਜਿਹੜਾ ਏਕਾ ਹੋਇਆ, ਉਸ ਏਕੇ ਨੂੰ ਤੋੜਿਆ ਜਾਵੇ। ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਕਹਿਤਾ ਤੁਹਾਡਾ ਹੁਣ ਚੌਲ ਨਹੀਂ ਚੁੱਕਣਾ, ਅਸੀਂ ਇਹਦੇ 'ਚ ਪ੍ਰੋਟੀਨ ਹੈ ਨਹੀਂ। ਜਿਹੜੇ ਮੰਡੀਆਂ ਦੇ ਆੜ੍ਹਤੀ ਉਹਨਾਂ ਨੂੰ ਕਹਿਤਾ ਤੁਹਾਨੂੰ ਹੁਣ ਅਸੀਂ ਪੁੱਛਣਾ ਹੀ ਨਹੀਂ, ਅਸੀਂ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਚੈੱਕ ਭੇਜਣੇ, ਰਕਮ ਭੇਜਣੀ ਹੈ ਨੈੱਟ ਬੈਂਕਿੰਗ ਰਾਹੀਂ। ਉਹ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਕਿਸਾਨਾਂ ਦੇ ਫਾਇਦੇ ਦੀ ਗੱਲ ਨਹੀਂ। ਅਸਲ 'ਚ ਉਹਦੇ ਪਿੱਛੇ ਚੁਸਤੀ ਇਹ ਆ ਕਿ ਆੜ੍ਹਤੀ ਹੋਵੇ, ਸ਼ੈਲਰ ਮਾਲਕ ਹੋਵੇ, ਜਿੰਨੇ ਵੀ ਲੋਕ ਖੇਤੀ ਕਿੱਤੇ ਨਾਲ ਸੰਬੰਧਿਤ ਨੇ, ਕਾਰੋਬਾਰ ਕਰਦੇ ਨੇ, ਉਹਨਾਂ ਸਾਰਿਆਂ ਨੂੰ ਕਿਸਾਨਾਂ ਨਾਲੋਂ ਤੋੜਨ ਵਾਸਤੇ, ਇਹਦੇ ਵਿੱਚ ਪਾੜਾ ਪਾਉਣ ਵਾਸਤੇ ਦਾ ਵਰਤਨੇ ਆ। ਬਿਲਕੁਲ ਸਹੀ। ਅੱਛਾ ਪੰਨੂ ਸਾਹਿਬ, ਇੱਕ ਚੀਜ਼ ਹੋਰ ਜਿਹੜੀ ਸਮਝਾਇਓ ਮਾੜੀ ਜੀ, ਇਹ ਹੈ ਜਿੱਦਾਂ ਤੁਸੀਂ ਹੁਣ ਇਹ ਜ਼ਿਕਰ ਕੀਤਾ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਨੇ, ਹੁਣ ਬੀਜੇਪੀ ਨੇ ਇੱਕ ਬੰਦਾ ਇੱਧਰਲੇ ਪਾਸੇ ਕੀਤਾ ਕਿਸਾਨ ਅੰਦੋਲਨ ਵਾਲੇ ਪਾਸੇ, ਉਹ ਹੈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰੀ। ਪਰ ਦੂਸਰੇ ਪਾਸੇ ਜਿੰਨੀ ਛੋਟੇ ਤੋਂ ਲੈ ਕੇ ਉੱਪਰ ਤੱਕ ਦੀ, ਜਾਂ ਕਹਿ ਲਓ ਕਿ ਮੋਦੀ ਸਾਹਿਬ ਤੱਕ ਦੀ ਸਿਆਸਤ ਹੈ ਜਾਂ ਵੱਡੇ ਸਿਆਸਤਦਾਨ ਨੇ, ਉਹਨਾਂ ਸਾਰਿਆਂ ਦਾ ਜ਼ੋਰ ਜਿਹੜਾ ਇਸ ਵਕਤ ਵੱਖ-ਵੱਖ ਸਟੇਟਾਂ ਵਾਲੇ ਪਾਸੇ ਲੱਗਾ ਜਿੱਥੇ ਇਲੈਕਸ਼ਨ ਹੈ। ਤੇ ਫਿਰ ਆਪਾਂ ਇਹ ਮੰਨ ਲਈਏ ਕਿ ਵੀ ਜਿਹੜਾ ਕਿਸਾਨੀ ਅੰਦੋਲਨ ਹੈ, ਜਿਹੜੇ ਕਿ ਇਸ ਵਕਤ ਪੂਰੀ ਦੁਨੀਆ 'ਚ ਧੁੰਮ ਹੈ, ਉਹ ਬੀਜੇਪੀ ਲਈ ਜਾਂ ਮੌਜੂਦਾ ਸਰਕਾਰ ਲਈ ਇੱਕ ਸੈਕੰਡਰੀ ਮੁੱਦਾ, ਤੇ ਜਿਹੜੀ ਉਹਨਾਂ ਦੀ ਪਹਿਲੀ ਧੁੰਮ ਸੀ ਕਿ ਆਪਾਂ ਪੂਰੇ ਦੇਸ਼ ਦੇ ਵਿੱਚ ਇੱਕ ਪਾਰਟੀ ਦਾ ਝੰਡਾ ਲਹਿਰਾਉਣਾ ਤੇ ਹਰੇਕ ਸਟੇਟ 'ਚ ਰਾਜ ਆਪਣਾ ਪੈਦਾ ਕਰਨਾ,
ਉਹ ਉਸ ਏਜੰਡੇ ਵਾਲੇ ਪਾਸੇ ਸਰਗਰਮ ਹੈ? देखो उस एजेंडे वाले पासे बिल्कुल सरगर्म ने, पर ये उन्होंने वास्ते सैकेंडरी मुद्दा नहीं। जे सैकेंडरी मुद्दा होवे तो उसकी चर्चा करनों ही हट जाण। उन्हां दा हर मंत्री, खुद प्रधानमंत्री ते गृह मंत्री, उन्हां दा हर पार्लीमेंट मैंबर, उन्हां दा हर मुख मंत्री मुड़ मुड़ के जदों किसानी मुद्दे की चर्चा करते हैं, सब थावां ते जाके गल्लां करदे आ, शुरू इत्थों करदे असीं किसानां दे भले लई आ 3 कानून बनाए आ, तो इहदा मतलब कि वो इस चर्चा तो बाहर नहीं निकल सकते। विखावा जो मर्जी करी जाण, पर असल गल यह है कि ये मुद्दा उन्हां दे संघ च फसिया पिया, उन्हां दे राह दा भी रोड़ा बनया पिया। वो जिथे भी जाण वो इहदी चर्चा करदे नहीं, उन्हां नूं असल च इहदी चर्चा करनी पैंदी है। वो यही कारण है कि जिहड़ा खेती मंत्री है रोज़ अदला बदली करके शब्दां दी नवें तो नवें रूप विच पेशकशां करदा। असीं गल करन नूं तैयार हां, पर जे सचमुच गल करन नूं तैयार होवे तो हुण तक किसी किस्म का सद्दा क्यों नहीं भेजिया? किसान ये कहिंदे आ कि सद्दा भेजना तो पहलां ये फैसला कर लो कि तुसीं कानून रद्द करने आ तो उहदी गल करनी है। ये कहंदा नहीं असीं सद्दा तां भेजांगे पहलां किसान ये प्रवान करन कि सोधां प्रवान करनियां ते कानून रद्द नहीं कराउणे। इत्थे आके डिक्का पै गया। ये डिक्का मैनूं लगदा कि मई तक इस तरह हुण चलेगा। मई तक इस करके क्योंकि 5 राज्यां दियां 5 ना कहो 4.5 आ, पांडिचेरी दा राज काहदा एवें 2 ਜ਼ਿਲ੍ਹਿਆਂ जिन्नी थां है, पर उन्हां सारिਆਂ दे करके अजे ये डिक्का कुछ चिर पिया रहेगा। चोणां दे दौरान जे मोदी कोई कमजोरी विखावे उहदी पार्टी का नुकसान हुंदा। जे किसान किसी किस्म की वो आस रखण भी ढिल विखा देणगे, वो किसानां विखाउणी नहीं। इस करके इस दौर दे विच किसी किस्म की गलबात की कोई आस नहीं रखी जा सकती। बिल्कुल सही। अच्छा बन साहब, सब तो वध ध्यान जिहड़ा इस वक्त वो मोदी सरकार का लग्या है पश्चिमी बंगाल वाले पासे, क्योंकि पश्चिमी बंगाल दे विच तृणमूल कांग्रेस की मुख मंत्री बीबी ममता बनर्जी ने जिस हिसाब की टक्कर दी है या जिस तरह की सियासत है इस वक्त एक उत्थे देखने को मिल रही है, जिहदे विच बहुत सारे जिहड़े उहदे अपने पुराने वफादार लोग ने वो भी छड्ड के बीजेपी जा रहे हैं। फिर बीजेपी जांदियां सार जिस तरह दी स्टेटमेंटां दिंदे वो जमा ही हैरान करने वालियां। इस वक्त जिहड़ा पश्चिमी बंगाल है उत्थे बीजेपी वालों लाइयां जा रही स्कीमां, उत्थे कीती जा रही खरीदो फरोख्त या तोड़े जा रहे बंदे, ते उस तो बाद दे हालातां नूं किवें देखदे हो पश्चिमी बंगाल की सियासत नूं देखना होवे? देखो भारत का इतिहास ये दसदा कि जदों इत्थे लड़ाइयां हुंदियां सन, कुछ इहो जे चुस्त लोग हुंदे सन, अपना टोला लैके अपनी फौज लैके एक धिर वालों लड़ते सन। जदों अचानक उन्होंने जापदा सी कि ये धिर कमज़ोर पैंदी, दूसरी धिर तगड़ी जापदी है, तो पासियों दी अपना बंदा भेज के उन्होंने कहंदे हुंदे सी असीं लड़ लुड़ कोई नहीं रहा, विखावा करते हैं, दसो कदों असीं तुहाडे नाल रलीए, असीं तुहाडे नाल रलण नूं तैयार हैं। तो इक्को हल्ला मार के दूजे पासे जा हुंदे हुंदे सी। इस वेले किहड़ियां वफादारियां जिहड़े कांग्रेस के चिरां दे वफादार 30 40 सालों के सन, वो छड्ड के भाजपा च गए। आ जिहड़ा सिंधिया परिवार सी, ज्योतिराव दित्तिया सिंधिया दा जिहड़ा बाप सी ਉਹਦਾ ਮਾਧਵਰਾव सिंधिया, वो राजीव गांधी के बहुत नेड़े सी और इस हद तक पाटक पै गया सी कि अपनी तो माँ ते भैन दोवां नाल भी नहीं सी बोलदा। जदों इहदी ज्योतिराव दित्तिया सिंधिया की भैन का विआह होया सी, उस विआह दे उत्ते दादी नूं विजय राजे सिंधिया नूं सद्दा दिता गया कि आवे। दादी ने ना नहीं की, आई सी कार तो उतर के सीधी मंडप दे विच गई, बैठी कुड़ी दे सिर ते प्यार दिता, उहदी झोली च सगन पाया, पौंदे पैरी जाके अपनी कार च बह के निकल गई सी, घर दे किसी जी नाल गल तक नहीं सी कीती। उदों मतलब सियासी मतभेदां दे विच परिवार इत्थों तक पाट गया सी ते अज सारा परिवार जाके भाजपा च इकट्ठा हुंदा पिया। भूआ भी उत्थे आ वसुंधरा राजे ते भतीजा भी उत्थे आ ज्योतिराव दित्तिया सिंधिया। भूआ इस गल लई लड़दी पई है कि राजस्थान च मैं तीजी वारी मुख्य मंत्री बनना, भतीजा इस गल लई लड़दा पिया कि अगली वारी मध्य प्रदेश का मुख्य मंत्री मैं बनना। ये जिहड़े लोग ने इन्हां तो कोई आस नहीं रखी जा सकती। गुरप्रीत जी, इस वेले तृणमूल कांग्रेस के नालों एक एक करके वो बंदे टुट के जा रहे हैं जिन्होंने पहला मलाई खाधी है, जिन्हां दियां कमजोरियां ने ते उन्हां नूं केंद्र सरकार दियां एजेंसियां लगातार वरत रही ने। मुकुल राय का केस सब नूं पता, उहदे खिलाफ शारदा चिट फंड घोटाले का केस सी। एक दिन एनफोर्समेंट वाले साधे सी, दूसरे दिन CBI वाले साधे सी, तीसरे दिन इनकम टैक्स वाले साधे सी। उन्होंने घर का भी कोई काम बच्चों तक नाल गल नहीं सी करन दिंदे। जिस दिन उन्होंने हत्थ जोड़ के आख्या जी खड़ा छड्डो, मैनूं दसो भाजपा च आउणा, मैं आ जाना, अगले दिन तो बाद केंद्र की किसी एक भी एजेंसी ने जाके ये नहीं पूछा भी तेरे खिलाफ वो केस सी, उस तू कोई बयान देना। आंध्रा प्रदेश के चंद्रबाबू नायडू के जिहड़े 4 MP सन, उन्हां चों एक दे खिलाफ भाजपा के सब तो सीनियर स्पोक्समैन GVL नरसिम्हा ने एक चिट्ठी लिखी सी उप राष्ट्रपति नूं राज्य सभा के चेयरमैन के तौर पर।
ਉਹਨੂੰ ਕਿਹਾ ਸੀ ਇਸ ਬੰਦੇ ਦੇ ਖਿਲਾਫ 300 ਕਰੋੜ ਤੋਂ ਵੱਧ ਦਾ ਘੁਟਾਲਾ, ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ, ਇਹਨੂੰ ਰਾਜ ਸਭਾ 'ਚੋਂ ਕੱਢਤਾ ਜਾਵੇ। 3 ਦਿਨ ਗੱਲਾਂ ਹੁੰਦੀਆਂ ਰਹੀਆਂ। ਚੌਥੇ ਦਿਨ ਉਹਨੇ ਆ ਕੇ ਕਹਿਤਾ ਜੀ ਮੈਂ ਭਾਜਪਾ 'ਚ ਸ਼ਾਮਲ ਹੋਣ ਨੂੰ ਤਿਆਰ ਹਾਂ। ਜਦੋਂ ਉਹ ਭਾਜਪਾ 'ਚ ਸ਼ਾਮਲ ਹੋ ਗਿਆ ਉਦੋਂ ਹੀ ਇਹ ਗੰਗਾ ਨਹਾਤਾ ਗਿਆ। ਉਹਦੇ ਤੋਂ ਬਾਅਦ ਅੱਜ ਤੱਕ ਇੱਕ ਵਾਰ ਵੀ ਉਹਦੇ 300 ਕਰੋੜ ਦੇ ਘੁਟਾਲੇ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਜਿਹੜੇ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਵਾਲੇ ਲੋਕ ਆ, ਇਹਨਾਂ ਨੇ ਕਰਨਾਟਕਾ 'ਚ ਵੀ ਲੱਭੇ ਸੀ। ਹੁਣ ਕਰਨਾਟਕਾ 'ਚ ਜਿਹੜੇ ਇਹਨਾਂ ਨਾਲ ਗਏ ਸਨ ਜਨਤਾ ਦਲ ਇਸ ਨੂੰ ਛੱਡ ਕੇ, ਉਹਨਾਂ ਦੇ ਬਾਰੇ ਇਸ ਵੇਲੇ ਇੱਕ CD ਤੁਰੀ ਫਿਰਦੀ ਆ। ਉਹ CD ਉਹਨਾਂ ਦੇ ਕਰੈਕਟਰ ਬਾਰੇ ਆ। ਹੁਣ ਪਤਾ ਨਹੀਂ ਕਿ BJP 'ਚ ਜਾਣ ਤੋਂ ਬਾਅਦ ਉਹ CD ਬਣੀ ਆ ਜਾਂ ਜਨਤਾ ਦਲ ਐਸ ਦੇ ਵਿੱਚ CD ਬਣੀ ਸੀ, ਇਹਨਾਂ ਨੇ ਬਲੈਕਮੇਲ ਕਰਕੇ ਉੱਧਰ ਖਿੱਚੇ ਤੇ ਹੁਣ ਉਹ ਕਿਸੇ ਤਰੀਕੇ ਬਾਹਰ ਲੀਕ ਹੋ ਗਈ ਆ। ਹੁਣ ਨੂੰ ਇਹ ਵੀ ਹੋ ਸਕਦਾ ਕਿ ਇਹਨਾਂ ਨੇ ਵਰਤ ਕੇ ਆਪਣੇ ਵੱਲ ਖਿੱਚੇ ਹੋਣ ਤੇ ਹੁਣ ਉਹ CD ਨਿਕਲ ਆਈ ਹੈ ਤੇ ਉਹਦੇ ਨਿਕਲਣ ਤੋਂ ਬਾਅਦ ਉਹਨਾਂ ਨੂੰ ਮਰਿਆ ਸੱਪ ਸਮਝ ਕੇ ਗਲੋਂ ਲਾ ਕੇ ਸੁੱਟਣਾ ਚਾਹੁੰਦੇ ਹੋਣ। ਦੋਵੇਂ ਪਾਸੇ ਹੋ ਸਕਦਾ। ਇਹ ਜਿੰਨੀ ਕਿਸਮ ਦੀਆਂ ਖੇਡਾਂ ਭਾਰਤ ਦੀ ਰਾਜਨੀਤੀ 'ਚ ਚੱਲਦੀਆਂ ਪਈਆਂ ਨੇ, ਉਹਨਾਂ ਖੇਡਾਂ ਤੋਂ ਤੁਸੀਂ ਸਮਝ ਸਕਦੇ ਆ ਕਿ ਇਸ ਵੇਲੇ ਤ੍ਰਿਣਮੂਲ ਕਾਂਗਰਸ ਦੇ ਨਾਲ ਭਾਜਪਾ ਦੀ ਟੱਕਰ ਕੋਈ ਅਸੂਲਾਂ ਦੀ ਟੱਕਰ ਨਹੀਂ ਚੱਲਦੀ ਪਈ। ਸਾਰੀ ਦੀ ਸਾਰੀ ਬੇਅਸੂਲੀ ਖੇਡ ਆ। ਫਿਲਮ ਸਟਾਰਾਂ ਨੂੰ ਉਹ ਬੀਬੀ ਲਿਆਉਂਦੀ ਪਈ ਆ, ਫਿਲਮ ਸਟਾਰਾਂ ਨੂੰ ਇਹ ਲਿਆਉਂਦੇ ਪਏ ਆ। ਇੱਕ ਮਿਠਨ ਚੱਕਰਵਰਤੀ ਪਹਿਲਾਂ ਉੱਧਰ ਸੀ, ਅੱਜ ਪ੍ਰਧਾਨ ਮੰਤਰੀ ਦੇ ਗਿਆ ਤੋਂ ਭਾਜਪਾ 'ਚ ਸ਼ਾਮਲ ਹੋ ਗਿਆ, ਕੱਲ੍ਹ ਇਹਦੇ ਨਾਲ ਸ਼ਾਮਲ ਹੋ ਗਿਆ। ਇਹ ਜਿਹੜੀਆਂ ਖਬਰਾਂ ਆਉਂਦੀਆਂ ਨੇ, ਇਹਦੇ 'ਚੋਂ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਜਿਹੜੇ ਲੋਕ 30-30 40-40 ਸਾਲ ਪਾਰਟੀ ਦੀਆਂ ਦਰੀਆਂ ਝਾੜਦੇ ਰਹੇ ਭਾਜਪਾ ਦੀਆਂ, ਉੱਥੇ ਜਾ ਕੇ ਸ਼ਾਖਾ 'ਚ ਨਿੱਕਰ ਪਾ ਕੇ ਪਰੇਡ ਕਰਦੇ ਰਹੇ, ਲੈਫਟ ਰਾਈਟ ਕਰਦੇ ਰਹੇ। ਜੇ ਇੱਦਾਂ ਬਾਹਰੋਂ ਲੈ ਆਉਣੇ ਬੰਦੇ ਸਾਰੇ ਲਿਆ ਕੇ ਰਾਤੋਂ ਰਾਤ ਲਿਆ ਕੇ ਇਹਨਾਂ ਦੇ ਸਿਰ ਦੇ ਉੱਤੇ ਲੀਡਰ ਬਣਾ ਕੇ ਮੁੱਖ ਮੰਤਰੀ ਤੇ ਮੰਤਰੀ ਬਣਾ ਦੇਣੇ ਆ, ਤੇ ਉਹ ਬੇਵਕੂਫ ਨੇ ਇੰਨੇ ਸਾਲਾਂ ਦੇ ਜਿਹੜੇ ਪੂਜਾ ਪਾਠ ਕਰਦੇ ਰਹੇ ਇਹਨਾਂ ਦੇ ਨਾਲ, ਜਿਹੜਾ ਹਰ ਹਰ ਮੋਦੀ ਕਰਦੇ ਰਹੇ, ਘਰ ਘਰ ਮੋਦੀ ਕਰਦੇ ਰਹੇ। ਇਹ ਜਿਹੜੀ ਖੇਡ ਉੱਥੇ ਹੁਣ ਬੰਗਾਲ ਵਿੱਚ ਵੀ ਚੱਲੀ ਆ, ਇਹਦਾ ਬੰਗਾਲ ਦੇ ਲੋਕਾਂ ਤੇ ਕੀ ਅਸਰ ਹੁੰਦਾ ਇਹ ਕੋਈ ਪਤਾ ਨਹੀਂ। ਅੱਛਾ ਪਰ ਸਾਹਿਬ, ਇਹ ਜਿਹੜੀ ਵਫਾਦਾਰੀ ਵਾਲੀ ਤੁਸੀਂ ਗੱਲ ਹੁਣੇ ਜ਼ਿਕਰ ਕੀਤਾ, ਇੱਕ ਮੇਰਾ ਖਿਆਲ ਜਿਵੇਂ ਗਲਤ ਨਹੀਂ ਕੁਝ ਸ਼ੁਭੇਂਦਰੂ ਕਰਕੇ ਸ਼ੁਭੇਂਦਰੂ ਅਧਿਕਾਰੀ, ਉਹ ਸ਼ਖਸ ਤਾਂ ਕਹਿੰਦੇ ਕਾਫੀ ਪੁਰਾਣਾ ਮਮਤਾ ਬੈਨਰਜੀ ਦੇ ਨਾਲ ਸੀ, ਤੇ ਹੁਣ ਜਿੱਦਾਂ ਮਮਤਾ ਬੈਨਰਜੀ ਹੋਰਾਂ ਨੇ ਹਲਕਾ ਬਦਲਿਆ ਨੰਦੀਗ੍ਰਾਮ, ਤੇ ਉਸੇ ਹਲਕੇ ਤੋਂ BJP ਨੇ ਉਹਦੇ ਸਾਹਮਣੇ ਨੂੰ ਖੜਾ ਕਰ ਦਿੱਤਾ। ਇਹਦਾ ਮਤਲਬ ਲੜਾਈ ਇਹ ਹੋ ਗਈ ਕਿ ਮਮਤਾ ਬੈਨਰਜੀ ਬਜਾਏ ਦੇ ਕਿ ਮੋਦੀ ਸਾਹਿਬ ਦੇ ਨਾਲ ਟੱਕਰ ਲੈਣ, ਉਹ ਸਿਰਫ ਇਸੇ ਚੀਜ਼ ਦੇ ਵਿੱਚ ਹੀ ਉਲਝੇ ਰਹਿਣ ਕਿ ਉਹਨਾਂ ਦੇ ਵਫਾਦਾਰੀ ਉਹਨਾਂ ਦੇ ਖਿਲਾਫ ਲੜਾਈ ਲੜਦੇ ਪਏ। ਇਸ ਤਰ੍ਹਾਂ ਦੀ ਵੀ ਗੇਮ ਹੈ। ਉਹ ਇਸ ਕਰਕੇ ਹੈ ਕਿ ਜਿਹੜਾ ਸ਼ੁਭੇਂਦੂ ਅਧਿਕਾਰੀ ਹੈ, ਉਹ ਜਦੋਂ ਮਮਤਾ ਬੈਨਰਜੀ ਕਾਂਗਰਸ ਵਿੱਚ ਹੁੰਦੀ ਸੀ, ਕਾਂਗਰਸ ਦੀ MP ਸੀ, ਉਦੋਂ ਉਹ ਉੱਥੋਂ ਇਹਦੀ ਮਦਦ ਨਾਲ ਆਪਣੇ ਹਲਕੇ 'ਚੋਂ ਕੌਂਸਲਰ ਚੁਣਿਆ ਗਿਆ ਸੀ। ਜਦੋਂ ਇਹਨੇ ਛੱਡ ਕੇ ਤ੍ਰਿਣਮੂਲ ਕਾਂਗਰਸ ਬਣਾਈ, ਉਹਨੂੰ ਯੂਥ ਲੀਡਰ ਬਣਾਇਆ। ਅਗਲੀ ਵਾਰੀ ਟਿਕਟ ਦੇ ਕੇ ਉਹਨੂੰ ਪਾਰਲੀਮੈਂਟ ਮੈਂਬਰ ਬਣਾਇਆ। ਫਿਰ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਹੋਈ ਤੇ ਸਮਝੌਤਾ ਹੋ ਗਿਆ ਤ੍ਰਿਣਮੂਲ ਕਾਂਗਰਸ ਦਾ ਤੇ ਉਹਦਾ, ਤੇ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ 'ਚ ਇਸ ਬੰਦੇ ਨੂੰ ਕੇਂਦਰੀ ਮੰਤਰੀ ਬਣਾਇਆ। ਉਦੋਂ ਬਾਅਦ ਵੀ ਲਗਾਤਾਰ MP ਰੱਖਿਆ। ਹੁਣ ਉਹਦਾ ਕਿਉਂਕਿ ਕੇਂਦਰੀ ਮੰਤਰੀ ਰਹਿ ਚੁੱਕਾ, ਉਹਦਾ ਮੁੜ ਕੇ ਦਿਲ ਕਰਦਾ ਕਿ ਮੈਂ ਮੰਤਰੀ ਹੋਣਾ ਚਾਹੀਦਾ। ਇਹ ਵੀ ਪਤਾ ਕਿ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੀ ਕੇਂਦਰ 'ਚ ਸਰਕਾਰ ਜੇ ਆਉਂਦੀ ਨਹੀਂ ਜਾਪਦੀ, ਮੋਦੀ ਸਾਹਿਬ ਦਾ ਪਤਾ ਨਹੀਂ ਕਿੰਨਾ ਚਿਰ ਰਹਿਣਾ, ਇਸ ਕਰਕੇ ਉਹ ਹੁਣ ਪਾਸਾ ਬਦਲ ਕੇ ਉੱਧਰ ਚਲਾ ਗਿਆ। ਨੰਦੀਗ੍ਰਾਮ ਹਲਕਾ ਜਿਹੜਾ, ਉਹਦੀ ਇੱਕ ਵਿਸ਼ੇਸ਼ਤਾ ਇਹ ਆ ਕਿ ਜਦੋਂ ਉੱਥੇ ਕਾਮਰੇਡਾਂ ਦਾ ਰਾਜ ਹੁੰਦਾ ਸੀ, CPM ਦਾ ਬੁੱਧਦੇਵ ਭੱਟਾਚਾਰੀਆ ਸੀਗਾ ਮੁੱਖ ਮੰਤਰੀ ਜੋਤੀ ਬਾਸੂ ਤੋਂ ਬਾਅਦ। ਬੁੱਧਦੇਵ ਭੱਟਾਚਾਰੀਆ ਨੇ ਉੱਥੇ ਨੰਦੀਗ੍ਰਾਮ 'ਚ ਇੱਕ ਟਾਟੇ ਦੀ ਫੈਕਟਰੀ ਲਾਉਣੀ ਸ਼ੁਰੂ ਕੀਤੀ ਸੀ। ਉਹਦੇ ਵਿਰੋਧ ਵਿੱਚ ਕਿ ਜ਼ਮੀਨਾਂ ਅਕਵਾਇਰ ਕਿਉਂ ਕੀਤੀਆਂ, ਮਮਤਾ ਬੈਨਰਜੀ ਨੇ ਜਾ ਕੇ ਉੱਥੇ ਇੱਕ ਮੁਹਿੰਮ ਚਲਾਈ ਸੀ। ਉਹਦੇ ਵਿੱਚ ਗੋਲੀ ਚੱਲੀ, ਬੰਦੇ ਮਰੇ, ਇਹਨਾਂ ਸਾਰਾ ਦੋਸ਼ ਥੱਪਿਆ ਸੀਗਾ ਬੁੱਧਦੇਵ ਭੱਟਾਚਾਰੀਆ ਮੁੱਖ ਮੰਤਰੀ ਤੇ। ਬਾਅਦ ਦੀ ਪੜਤਾਲ ਵਿੱਚ ਸਾਬਤ ਹੋਇਆ ਕਿ ਉਹ 'ਚ ਬੁੱਧਦੇਵ ਭੱਟਾਚਾਰੀਆ ਦਾ ਕੋਈ ਕਸੂਰ ਨਹੀਂ ਸੀ, ਇੱਕ ਸਾਜ਼ਿਸ਼ ਦੇ ਤਹਿਤ ਉਹ ਗੋਲੀ ਚਲਵਾਈ ਗਈ ਸੀ। ਉਹਦੇ ਵਿੱਚੋਂ ਨੰਦੀਗ੍ਰਾਮ ਦੇ ਵਿੱਚੋਂ ਜਿਹੜੀ ਲਹਿਰ ਉੱਠੀ, ਉਹਦੇ ਸਿਰ ਤੇ ਇਹਨਾਂ ਨੇ ਕਾਮਰੇਡਾਂ ਦਾ ਰਾਜ ਉਲਟਾਇਆ ਸੀ। ਹੁਣ ਉਸੇ ਹੀ ਹਲਕੇ 'ਚ ਜਾ ਕੇ ਮਮਤਾ ਬੈਨਰਜੀ ਉੱਥੇ ਖਲੋਂਦੀ ਪਈ ਆ। ਇਹਨਾਂ ਨੇ ਲਿਆ ਕੇ ਉਹਦੇ ਪੁਰਾਣੇ ਸਾਥੀ ਸ਼ੁਭੇਂਦੂ ਅਧਿਕਾਰੀ ਨੂੰ ਉੱਥੇ ਖੜਾ ਕਰਤਾ। ਕੁਝ ਉਹਨੂੰ ਸ਼ੁਭੇਂਦੂ ਕਹਿੰਦੇ ਆ, ਕੁਝ ਉਹਨੂੰ ਸ਼ੁਭੇਂਦੂ ਕਹਿੰਦੇ ਆ। ਬੰਗਾਲੀ ਬੋਲੀ ਦੀ ਪ੍ਰੋਨਾਂਸੀਏਸ਼ਨ ਦਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਉਹ ਤਾਂ ਜਤਿੰਦਰ ਵੀ ਕਹਿਣਾ ਹੋਵੇ ਤਾਂ ਜਤਿੰਦਰੋ ਕਹਿੰਦੇ ਨੇ, ਤੇ ਉਹ ਇਹਦਾ ਕਰਕੇ ਬਹੁਤ ਕੁਝ ਬਦਲ ਜਾਂਦਾ। ਉਹ ਜਿਹੜਾ ਵੀ ਅਧਿਕਾਰੀ ਆ, ਉਹ ਇਹਦਾ ਪੁਰਾਣਾ ਸਾਥੀ ਸੀ, ਇਹਦੇ ਮੁਕਾਬਲੇ ਖੜਾ ਕਰ ਦਿੱਤਾ। ਪਰ ਉੱਥੇ ਇੱਕ ਗੱਲ ਇਹ ਵੀ ਚੱਲਦੀ ਆ ਕਿ ਮਮਤਾ ਬੈਨਰਜੀ ਜਦੋਂ ਦੀ ਆਈ ਆ, ਉੱਥੇ ਇੰਡਸਟਰੀ ਇਸ ਕਰਕੇ ਘੱਟ ਲੱਗ ਰਹੀ ਆ ਕਿਉਂਕਿ ਉਹਨੇ ਆਉਣ ਲੱਗਿਆ ਟਾਟੇ ਦੀ ਫੈਕਟਰੀ ਦਾ ਨੰਦੀਗ੍ਰਾਮ 'ਚ ਲੱਗਣ ਤੇ ਵਿਰੋਧ ਕੀਤਾ ਸੀ ਕਾਮਰੇਡਾਂ ਦੀ ਸਰਕਾਰ ਡਿੱਗਣ ਵਾਸਤੇ। ਹੁਣ ਇਹ ਫਿਰ ਨੰਦੀਗ੍ਰਾਮ 'ਚ ਚੱਲੀ ਹੈ ਤੇ ਨੰਦੀਗ੍ਰਾਮ ਵਾਲੇ ਦੋਵਾਂ ਨੂੰ ਕਿੰਨੇ ਕਿੰਨੇ ਗ੍ਰਾਮ ਵਿੱਚ ਤੋਲਣਗੇ ਪਤਾ ਨਹੀਂ। ਲੜਾਈ ਉੱਥੇ ਸਖਤ ਹੋ ਜਾਣੀ ਦੋਵਾਂ ਦੀ। ਬਿਲਕੁਲ ਸੀ। ਪਰ ਇੱਕ ਜਿਹੜੀ ਸਾਹਿਬ ਇਹਦੇ 'ਚ ਵੱਖਰੀ ਚੀਜ਼ ਦੇਖਣ ਨੂੰ ਮਿਲੀ ਕਿ ਵੀ BJP ਜਿੱਥੇ ਵੀ ਜਾਵੇ ਉੱਥੇ ਜਾ ਕੇ ਉਹਨੂੰ ਹੁੰਦਾ ਕਿ ਮੁੱਦਾ ਜੇ ਧਰਮ ਦਾ ਨਹੀਂ ਬਣਦਾ ਤੇ ਧਰਮ ਦੇ ਹਿਸਾਬ ਨਾਲ ਜੋੜ ਮਿਲ ਕੇ ਬਣਾ ਦਿਓ ਤਾਂ ਜੋ ਲੋਕਾਂ ਦੇ ਵਿੱਚ ਇੱਕ ਅਗਰੈਸ਼ਨ ਆ ਜਾਵੇ। ਜਿਹੜਾ ਵੀ ਬੰਦਾ ਹੈ ਜੇ ਉਹ ਧਰਮ ਦੇ ਨਾਂ ਤੇ ਵੰਡਿਆ ਜਾਂਦਾ ਵਧੀਆ ਗੱਲ ਹੈ, ਨਹੀਂ ਵੰਡਿਆ ਜਾਂਦਾ ਤੇ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਇਹ ਗੱਲ ਰਵੇ ਕਿ ਯਾਰ ਇੱਧਰ
इधरले पासे धर्म भारी है, इन्हों ने धर्म का काम किया, जे कोई दूसरा है तो उन्होंने वैसे ही वो बंदा भावें उहदे नाल सवेरे शाम रोटी साझी होवे, पर फिर भी एक खिज जी जिहड़ी उत्थे उहदे अंदर पैदा हो जाती है। ਇਹ ਜਿਹੜਾ ਬੀਜ ਲਗਭਗ ਹਰੇਕ ਥਾਂ ਤੇ ਜਿੱਥੇ ਵੀ ਕਿਤੇ ਇਲੈਕਸ਼ਨ ਲੜੇ ਬੀਜੇਪੀ ਉੱਥੇ ਉਹ ਸੁੱਟਦੀ ਹੈ ਤੇ ਉਹ ਪੁੰਗਰਦਾ ਵੀ ਆਪਾਂ ਇਹ ਦੇਖਦੇ ਹਾਂ। ਇਹ ਜਿਹੜੀ ਚੀਜ਼ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਨਜ਼ਰ ਆਉਣ ਲੱਗ ਪਈ ਹੈ, ਚਾਹੇ ਆਪਾਂ ਬਾਕੀ ਸਟੇਟਾਂ ਨੂੰ ਇਹਦੇ ਵਿੱਚ ਰਲਾ ਲਈਏ। ਇਹਨੂੰ ਕਿਵੇਂ ਦੇਖਦੇ ਹੋ ਕਿ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਇਹ ਰਾਜਨੀਤੀ ਅਜੇ ਵੀ ਬੀਜੇਪੀ ਨੂੰ ਫਾਇਦਾ ਦੇ ਰਹੀ ਹੈ ਤੇ ਫਿਰ ਇਹਦਾ ਤੋੜ ਕੀ ਹੈ? ਇਹਦਾ ਤੋੜ ਤਾਂ ਇੱਕੋ ਹੀ ਹੈ ਕਿ ਧਰਮ ਨਿਰਪੱਖ ਤਾਕਤਾਂ ਸਰਗਰਮ ਹੋਣ, ਇਕੱਠੀਆਂ ਵੀ ਹੋਣ, ਆਪੋ 'ਚ ਲੜਨਾ ਛੱਡਣ। ਜਿੱਥੋਂ ਤੱਕ ਬੰਗਾਲ ਦਾ ਸਵਾਲ ਆ, ਇਹਨਾਂ ਜੈ ਸ਼੍ਰੀ ਰਾਮ ਦੇ ਨਾਅਰੇ ਬਹੁਤ ਲਾਏ ਸੀ, ਪਰ ਉੱਥੋਂ ਦੇ ਲੋਕਾਂ ਨੇ ਰਾਮ ਦਾ ਨਾਅਰਾ ਨਹੀਂ ਚੁੱਕਿਆ, ਕਿਉਂਕਿ ਬੰਗਾਲ ਦੇ ਲੋਕ ਦੁਰਗਾ ਦੀ ਪੂਜਾ ਵੱਧ ਕਰਦੇ ਨੇ। ਜਿਸ ਤਰ੍ਹਾਂ ਮਹਾਰਾਸ਼ਟਰ ਚਲ ਜਾਓ, ਉੱਥੇ ਗਣਪਤੀ ਬੱਪਾ ਮੌਰੀਆ ਗਣੇਸ਼ ਦੀ ਪੂਜਾ ਵੱਧ ਹੁੰਦੀ ਆ। ਉਸੇ ਤਰ੍ਹਾਂ ਅੱਡ-ਅੱਡ ਥਾਵਾਂ 'ਤੇ ਅੱਡ-ਅੱਡ ਦੇਵਤੇ ਜਿਹੜੇ ਉਹਨਾਂ ਦੀ ਵੱਧ ਮਾਨਤਾ, ਉੱਥੇ ਦੁਰਗਾ ਪੂਜਾ ਨੂੰ ਵੱਧ ਮਾਨਤਾ ਦਿੱਤੀ ਜਾਂਦੀ ਹੈ। ਇਹਨਾਂ ਦਾ ਰਾਮ ਦਾ ਨਾਅਰਾ ਬਹੁਤਾ ਨਹੀਂ ਉੱਥੇ ਚੱਲ ਸਕਿਆ। ਹੁਣ ਇਹਨਾਂ ਨੇ ਦੂਸਰੇ ਮੁੱਦੇ ਚੁੱਕੇ ਆ, ਪਰ ਇਹ ਗੱਲ ਤਾਂ ਪੱਕੀ ਹੈ ਕਿ ਧਰਮ ਨੂੰ ਇੱਕ ਸਿਆਸੀ ਪੱਤੇ ਦੇ ਤੌਰ ਤੇ ਇਹ ਸਭ ਥਾਵਾਂ ਤੇ ਜਾ ਕੇ ਵਰਤਦੇ ਨੇ। ਕਈ ਵਾਰੀ ਨਿਰਾ ਝੂਠ ਵੀ ਬੋਲਦੇ ਨੇ। ਕੁਝ ਥਾਵਾਂ ਦੇ ਉੱਤੇ ਜਾ ਕੇ ਇਹਨਾਂ ਨੂੰ ਕਾਮਯਾਬੀ ਮਿਲੀ ਆ, ਪਰ ਸਾਰੀਆਂ ਥਾਵਾਂ ਤੇ ਨਹੀਂ ਮਿਲੀ। ਜੇ ਸਾਰੀਆਂ ਥਾਵਾਂ ਤੇ ਮਿਲੀ ਹੁੰਦੀ ਤੇ ਕੇਰਲਾ ਵਿੱਚ ਵੀ ਮਿਲ ਜਾਂਦੀ। ਕੇਰਲਾ 'ਚ ਕਿਉਂ ਨਹੀਂ ਮਿਲੀ? ਤਾਮਿਲਨਾਡੂ 'ਚ ਹੁਣ ਤੱਕ ਨਹੀਂ ਸੀ ਮਿਲੀ। ਹੁਣ ਇਹ ਤਾਮਿਲਨਾਡੂ 'ਚ ਪਹੁੰਚ ਗਏ ਨੇ। ਉੱਥੇ ਜੈ ਲਲਿਤਾ ਤੇ ਕਰੁਣਾਨਿਧੀ ਦੋ ਮੁੱਖ ਮੰਤਰੀ ਹੁੰਦੇ ਸਨ, ਵਾਰੀ-ਵਾਰੀ ਬਣਦੇ ਰਹਿੰਦੇ ਸਨ, ਆਪੋ 'ਚ ਲੜਦੇ ਰਹਿੰਦੇ ਸਨ। ਆ ਪਿਛਲੀ ਵਾਰੀ ਦੀਆਂ ਚੋਣਾਂ ਤੋਂ ਬਾਅਦ ਦੋਵਾਂ ਦੀ ਵਾਰੀ-ਵਾਰੀ ਮੌਤ ਹੋ ਗਈ। ਉਹਨਾਂ ਦੋਵਾਂ ਦੇ ਮਰਨ ਤੋਂ ਬਾਅਦ ਜਿਹੜੀ ਇਸ ਵੇਲੇ ਚੋਣ ਹੋ ਰਹੀ ਆ, ਇਹ ਜੈ ਲਲਿਤਾ ਦੀ ਪਾਰਟੀ ਨਾਲ ਭਾਜਪਾ ਨੇ ਜਾ ਕੇ ਗੱਠਜੋੜ ਕੀਤਾ। ਇਹ ਉੱਥੇ ਜਾ ਕੇ ਵੀ ਹਿੰਦੂਤਵ ਦਾ ਪਤਾ ਉਹ ਵਰਤਣ ਲੱਗ ਪਏ ਨੇ ਜਿਹੜਾ ਇਹ ਸਾਰੇ ਥਾਵਾਂ 'ਤੇ ਵਰਤਦੇ ਰਹੇ। ਪਰ ਉੱਥੋਂ ਦਾ ਜਿਹੜਾ ਦਰਾਵੜਾਂ ਦਾ ਕਲਚਰ ਹੈ, ਉਹਦੇ ਵਿੱਚ ਇਹ ਪਤਾ ਸ਼ਾਇਦ ਨਾ ਚੱਲੇ। ਇਹ ਉੜੀਸਾ ਦੇ ਵਿੱਚ ਇਹਨਾਂ ਨੇ ਕਿੰਨਾ ਜ਼ੋਰ ਲਾਇਆ, ਪਰ ਉੱਥੇ ਜਿਹੜਾ ਨਵੀਨ ਪਟਨਾਇਕ ਆ ਮੁੱਖ ਮੰਤਰੀ 5 ਵਾਰੀਆਂ ਹੋ ਗਈਆਂ, ਹੁਣ ਸ਼ਾਇਦ 6ਵੀਂ ਵਾਰੀ ਵੀ ਉਹ ਲੈ ਜਾਏਗਾ। ਉਹ ਅਜੇ ਤੱਕ ਇੰਨਾ ਮਜ਼ਬੂਤ ਹੈ ਕਿ ਉਹਦੇ ਕਿਲੇ 'ਚ ਸੰਨ ਨਹੀਂ ਲਾ ਸਕੇ। ਬੰਗਾਲ ਵਿੱਚ ਇਸ ਵੇਲੇ ਤਜਰਬਾ ਜਿਹੜਾ ਉਹ ਜੋ ਵੀ ਹੋਵੇ ਨਤੀਜਾ, ਉਹ ਨਤੀਜਾ ਬਾਕੀ ਸਾਰੇ ਭਾਰਤ ਦੇ ਵਿੱਚ ਉਹਦਾ ਅਸਰ ਹੋਣਾ। ਹੁਣ ਸਾਹਿਬ ਆਪਾਂ ਹੁਣ ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟੀਏ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਬਜਟ ਸੈਸ਼ਨ ਦੇ ਵਿੱਚ ਜੋ ਰੰਗ ਤਮਾਸ਼ੇ ਆਪਾਂ ਦੇਖੇ ਆ, ਉਹਨਾਂ ਦੇ ਬਾਰੇ 'ਚ ਕੀ ਸੋਚਦੇ ਹੋ? ਕਿਉਂਕਿ ਐਤਕੀ ਤੇ ਰੰਗਣਾ ਬੜੀ ਅਜੀਬ ਰਹੀ ਹੈ ਜੀ। ਇਹ ਸੱਚਮੁੱਚ ਅਜੀਬ ਸੀ। ਇਸ ਵਾਰੀ ਉੱਥੇ ਧਮਾਚੜ ਬਹੁਤ ਪਿਆ, ਰੌਲਾ ਬਹੁਤ ਪਿਆ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ। ਹੰਗਾਮਾ ਤਾਂ ਉਹਨਾਂ ਨੇ ਵੀ ਕੀਤਾ, ਪਰ ਅਕਾਲੀਆਂ ਦਾ ਹੰਗਾਮਾ ਇਸ ਤਰ੍ਹਾਂ ਦਾ ਸੀ ਜਿਵੇਂ ਪੈਰ ਮਿੱਧ ਕੇ ਅੱਗੇ ਲੰਘਣ ਦੀ ਕੋਸ਼ਿਸ਼ ਹੋਵੇ ਭੀੜ 'ਚ। ਉਹਨਾਂ ਨੇ ਕੁਛ ਉਹਨਾਂ ਦੀਆਂ ਮਜਬੂਰੀਆਂ ਵੀ ਹੈ ਕਿ ਕੁਛ ਮੁੱਦਿਆਂ ਦੇ ਉੱਤੇ ਜਦੋਂ ਉਹਨਾਂ ਨੂੰ ਪਤਾ ਸਾਡੀ ਕੋਈ ਜਵਾਬ ਕੋਈ ਨਹੀਂ ਤੇ ਹੋਰ ਰਸਤਾ ਕੋਈ ਨਹੀਂ ਸੀ। ਖਾਸ ਕਰਕੇ ਕਿਸਾਨੀ ਬਿੱਲਾਂ ਦੇ ਮੁੱਦੇ 'ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਪੜ੍ਹ ਕੇ ਸੁਣਾ ਦਿੱਤੀ ਕਿ ਜੂਨ ਦੇ ਵਿੱਚ ਪਿਛਲੇ ਸਾਲ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਕਿਸਾਨਾਂ ਨੂੰ ਭੜਕਾਉਂਦੇ ਕਿਉਂ ਜੇ? ਨਰਿੰਦਰ ਮੋਦੀ ਸਰਕਾਰ ਦਾ ਬਿੱਲ ਤਾਂ ਬਹੁਤ ਵਧੀਆ ਲਿਆਂਦੇ, ਉਹਨੇ ਤਿੰਨੇ ਹੀ ਜਿਹੜੇ ਆਰਡੀਨੈਂਸ ਲਿਆਂਦੇ ਆ ਤੇ ਇਹ ਪਾਸ ਹੋਣੇ ਆ, ਇਹ ਕਿਸਾਨਾਂ ਦਾ ਭਲਾ ਬਹੁਤ ਕਰਨਗੇ। ਜਦੋਂ ਉਹਨੇ ਉਹ ਪੜ੍ਹਨੀ ਸ਼ੁਰੂ ਕੀਤੀ ਤੇ ਇਹਨਾਂ ਨੇ ਅਕਾਲੀ ਜਿੰਨੇ ਵਿਧਾਇਕ ਸੀ ਮਜੀਠੀਆ ਸਾਹਿਬ ਦੀ ਅਗਵਾਈ 'ਚ ਨਾ ਰੌਲਾ ਪਾ ਦਿੱਤਾ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣ ਨਹੀਂ ਦਿੱਤਾ ਗਿਆ, 2 ਵਾਰੀ ਕਾਰਵਾਈ ਰੋਕਣੀ ਪਈ। ਮੁੜ ਕੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ। ਸਸਪੈਂਡ ਕਰਨ ਤੋਂ ਬਾਅਦ ਵੀ ਇਹ ਬਾਹਰ ਨਾ ਨਿਕਲੇ ਤੇ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੱਢੇ। ਉਹ ਸਾਰਾ ਕੁਝ ਦੱਸਦਾ ਸੀ ਕਿ ਜਿਵੇਂ ਕਿਸੇ ਵੀ ਤਰੀਕੇ ਇਹ ਆਪਣੀ ਹੋਂਦ ਜਤਾਉਣਾ ਚਾਹੁੰਦੇ ਆ, ਪਰ ਉਹ ਹੋਂਦ ਜਤਾਉਣ ਦੇ ਨਾਲ ਨਾਲ ਕਈ ਗੱਲਾਂ ਹੋਰ ਵੀ ਬਾਹਰ ਆ ਗਈਆਂ। ਦੂਸਰਾ ਇਹ ਵੀ ਹੈ ਕਿ ਕਾਂਗਰਸੀਆਂ ਨੇ ਵੀ ਇਸ ਵਾਰੀ ਅਕਲਮੰਦੀ ਕੋਈ ਨਹੀਂ ਕੀਤੀ। ਇਹ ਤਾਂ ਹੋ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਹਰਮਿੰਦਰ ਸਿੰਘ ਗਿੱਲ ਨੂੰ ਛੇੜਤਾ ਤੇ ਹਰਮਿੰਦਰ ਨੇ ਅੱਗੋਂ ਉਹਨੂੰ ਸੁਣਾਤੀਆਂ, ਪਰ ਕੁਝ ਗੱਲਾਂ ਬੇਲੋੜੀਆਂ ਵੀ ਸੀ। ਜਿਹੜਾ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਆ ਫਰੀਦਕੋਟ ਵਾਲਾ, ਉਹਨੇ ਭਗਵੰਤ ਮਾਨ ਨੂੰ ਬਦੋ ਬਦੀ ਚਾਬੀ ਲਾਤੀ ਤੇ ਭਗਵੰਤ ਮਾਨ ਨੇ ਅੱਗੋਂ ਪਾਕਿਸਤਾਨ ਵਾਲੀ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਆ ਭਗਵੰਤ ਮਾਨ ਦੇ, ਉਹਨਾਂ ਨੇ ਅੱਗੋਂ ਪਾਕਿਸਤਾਨ ਵਾਲੀ ਬੀਬੀ ਦਾ ਰੌਲਾ ਪਾ ਦਿੱਤਾ। ਇਹ ਕੀ ਫਾਇਦਾ ਸੀ ਇਹਨਾਂ ਗੱਲਾਂ ਦੇ ਵਿੱਚੋਂ ਲੱਭਣਾ ਕਿਸੇ ਦੋਵਾਂ ਧਿਰਾਂ ਨੂੰ? ਜਿਹੜਾ ਅਕਾਲੀਆਂ ਨਾਲ ਸੀ ਉਹਦੇ ਵਿੱਚ ਵੀ ਜੇ ਮੁੱਦਿਆਂ 'ਤੇ ਬਹਿਸ ਹੁੰਦੀ ਤਾਂ ਹੋਰ ਗੱਲ ਰਹਿਣੀ ਸੀ। ਉਹ ਮੁੱਦਿਆਂ ਦੇ ਬਜਾਏ ਬਿਕਰਮ ਸਿੰਘ ਮਜੀਠੀਆ ਤੇ ਹਰਮਿੰਦਰ ਗਿੱਲ ਦੀ ਜਿਹੜੀ ਕਿੜਕੜ ਸੀ ਉਹਦੇ ਉੱਤੇ ਗੱਲ ਕੇਂਦਰਿਤ ਹੋ ਗਈ। ਅਸਲ ਮੁੱਦੇ ਜਿਹੜੇ ਆ ਉਹਨਾਂ ਦੇ ਉੱਤੇ ਬਹਿਸ ਇਸ ਵਾਰੀ ਘੱਟ ਹੋਈ ਆ, ਪਰ ਜਿੰਨੀ ਕੁ ਹੋਈ ਆ ਉਹਦੇ ਵਿੱਚੋਂ ਇੱਕੋ ਹੀ ਗੱਲ ਨਿਕਲੀ ਆ ਕਿ ਕਿਸਾਨਾਂ ਦੇ ਖਿਲਾਫ ਜਿਹੜੇ ਕੇਂਦਰ ਸਰਕਾਰ ਨੇ 3 ਕਾਨੂੰਨ ਪਾਸ ਕੀਤੇ ਆ, ਉਹਨਾਂ 3 ਕਾਨੂੰਨਾਂ ਦੇ ਖਿਲਾਫ ਇੱਕ ਵਾਰੀ ਫਿਰ ਮਤਾ ਪਾਸ ਕਰ ਦਿੱਤਾ ਗਿਆ। ਉਹ ਕਰਨਾ ਇਸ ਕਰਕੇ ਪਿਆ ਕਿ ਪਹਿਲਾ ਜਿਹੜਾ ਮਤਾ ਪਾਸ ਕੀਤਾ ਉਹ ਹੁਣ ਤੱਕ ਰਾਜਪਾਲ ਜਿਹੜਾ ਗਵਰਨਰ ਹੈ ਪੰਜਾਬ ਦਾ ਜਿਹੜਾ ਉਹਨੇ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਨੂੰ ਭੇਜਿਆ ਨਹੀਂ ਸੀ। ਹੁਣ ਜਦੋਂ ਇਹ ਦੋਹਰੀ ਵਾਰੀ ਪਾਸ ਕਰ ਦਿੰਦੇ ਆ ਤੇ ਗਵਰਨਰ ਦੀ ਮਜਬੂਰੀ ਬਣ ਜਾਂਦੀ, ਉਹਨੂੰ ਕੇਂਦਰ ਸਰਕਾਰ ਨੂੰ ਭੇਜਣਾ ਪਊ। ਹੁਣ ਗਵਰਨਰ ਦੀ ਮਜਬੂਰੀ ਗਵਰਨਰ ਮੰਨਦਾ
ये भी हो सकता केंद्र सरकार उत्थों रूल्स ही अमेंड करा दे कि गवर्नर की अजे भी कोई मजबूरी नहीं, पर हाल की घड़ी इन्होंने पास करके किसानों को एक किस्म का इहो जिहा सुनेहा देने का यतन किया कि पूरा पंजाब ते पूरी पंजाब की सरकार, पंजाब की विधान सभा तुहाडे नाल है। वो जिहड़ा मता पास इन्हें किया सर्बसम्मति नाल हो गया। इस करके सर्बसम्मति हो गई कि बाकी सारे कांग्रेस पार्टी, अकाली दल, आम आदमी पार्टी, लोक इंसाफ पार्टी वो सारे सहमत सन। भाजपा वाले सहमत नहीं सी, उन्होंने पहला 3 मैंबर जिते सी, पिछले साल हुई 22 जो उप चोणां सी उन्हां चों 1 मैंबर झड़ गया, सीट इन्हां दी झड़ गई, बाकी 2 रह गए। वो दोवें उस दिन उत्थे नहीं सन, उहदा करके इन्हां ने मता पास कर लिया तो कोई उत्थे नाम ही होवे जिहड़े हाज़र उन्हां दा सर्बसम्मति दा गिणिया जांदा। ये गल भी इस वारी माड़ी हुई है कि भारतीय जनता पार्टी का इक्को मैंबर उत्थे गया, अरण नारंग, उन्हें जिदन बोलना सी उन्होंने बोलने नहीं दिता गया। वो उठ के खलोता तो दूसरा ने रौला पाना शुरू करता, तू पहला तू ये दस तेरी पार्टी जी किसानों के खिलाफ क्यों आ। वो गल कर लगे, पहला तू ये दस तू किसानों के पक्ष या विरोध, उन्होंने गल ही नहीं करन दित्ती गई। और इस मामले में कांग्रेस, आम आदमी पार्टी, अकाली दल ये सारे वो गल जिस तरह पे वो अखीर बोल नहीं सकिया तो उठ के बाहर चला गया। हुण ये गल किसी होर ने तो पता नहीं आखी कि नहीं आखी, मैं उस दिन कहता सी कि गलत हुई है, इस तरह नहीं होना चाहिए। जिहड़े नाल तुहाडे मतभेद आ, जिन्ने मर्जी मतभेद होण, उन्होंने तुसीं चुने हुए हाउस दे विच विधान सभा होवे जां पार्लीमेंट उत्थे बोलण तो किद्दां रोक सकदे हैं। चाहिदा ये सी कि उन्होंने बोलण दा जिन्ना उहदा बनदा मिनट सीगे, भावें 5 मिनट सी उन्होंने 10 दिंदे, जे 10 मिनट बनदे सी 20 दिंदे, ते उहदे बाद 2 तां भाजपा दे होए ते 1 स्पीकर ने बोलना नहीं। बाकी दे 114 मैंबर जिहड़े आ उन्हां चों 79 कांग्रेस दे ने, आम आदमी पार्टी दे भी, लोक इंसाफ पार्टी दे भी, अकाली दल दे भी, रला के 114 बंदे आ। ये 114 जने उन्हें उस कल्ले बंदे का जवाब नहीं सी दे सकते, ठोकवा जवाब दे लेंदे, पर उन्होंने बोलने का मौका देंदे। इन्हें एक गलत लीह पाती है अज ये, क्योंकि उत्थे 114 जने खिलाफ है तो सामने एक जना उत्थे बैठा उन्होंने बोलने नहीं दिता। कल नूं जे पार्लीमेंट में वो भी इहो करन कि पंजाब दे 13 जिते आ, उन्हां चों 2 तां भाजपा दे आ, जिहड़े बाकी दे 11 ने, 2 अकाली, 1 भगवंत मान ते 8 कांग्रेसी, 543 की पार्लीमेंट में जे इन्हां 11 नूं बोलण तो रोकण वास्ते 350 बंदे जिहड़े भाजपा वाले ते भाजपा दे गठ जोड़दे आ, वो इदां रौला पा देण, बोलना देण तो चंगा लगेगा। चुने हुए हाउस में किसी भी पार्टी का कोई भी नुमाइंदा उन्होंने बोलने का पूरा मौका दिता जाना चाहिए, वह अधिकार नहीं सी खोया जाना चाहिए। ये अनडैमोक्रेटिक गल हुई है जिहदे तो अगले समय सबक सीखना चाहिए। पर अनडैमोक्रेटिक गल एक थोड़ी आ, बहुत सारी अजकल तो रिवाज ही इहो जिहा पै गया, ना पंचायतां ते नगर कौंसलां, नगर निगमां च कोई किसी किस्म के कोई डिसिपलिन मुताबक चलते हैं, ना विधान सभावां च, ना पार्लीमेंट च। हुण तां इह है कि जिहदे नाल बंदे ज़्यादा है, जिहड़ा धमाचड़ पा सकदा उहदी मर्जी पुगदी है, डेमोक्रेसी नूं अपनी मर्जी नाल गड्डी 'च बिठा के तुर पैंदा। अच्छा पंडित साहब, एक चीज़ जिहड़ी होर मैं तुहाडे कोलों जाननी चाहुंदा वो ये है कि भी हुण साल वो चल पिया, जिस साल दे मुकदियां तक इलैक्शनां पूरे जोबन दे चलियां जाणियां ते हरेक ने नवीं फतूही सवाई फिरनी है भी मैं हुण अगला मुख मंत्री बनना। पर जिहड़ी राज करदी धिर आ ਉਹਦੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਹੁਣ ਸੱਤ ਨਕਾਤੀ ਪ੍ਰੋਗਰਾਮ ਵੀ ਦੱਸਿਆ, ਨਾਲ ਉਹਨਾਂ ਨੇ ਆਪਣੇ ਮੰਤਰੀਆਂ ਸੰਤਰੀਆਂ ਅਧਿਕਾਰੀਆਂ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਆ ਵੀ ਤਗੜੇ ਹੋ ਜੋ, 86% ਤੋਂ ਵੱਧ ਵਾਅਦੇ ਆਪਾਂ ਚੋਣ ਮੈਨੀਫੈਸਟੋ ਵਾਲੇ ਪੂਰੇ ਕਰ ਦਿੱਤੇ ਆ, ਤੇ ਜਿਹੜੇ ਕੋਈ ਥੋੜੇ ਬਹੁਤ ਰਹਿ ਵੀ ਗਏ ਉਹ ਵੀ ਆਪਾਂ ਚੰਦ ਮਹੀਨਿਆਂ ਦੇ ਵਿੱਚ ਪੂਰੇ ਕਰਕੇ ਤੇ 100% ਚੋਣ ਮੈਨੀਫੈਸਟੋ ਜਦੋਂ ਆਪਾਂ ਪੂਰਾ ਕਰ ਦਿੱਤਾ ਤੇ ਆਪਾਂ ਅਗਲੀ ਵਾਰ ਫਿਰ ਇੱਕ ਵਾਰ ਸਰਕਾਰ ਬਣਾਉਣੀ ਹੈ। ਇਹ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਜਿਸ ਤਰ੍ਹਾਂ ਉਹ ਅੰਕੜਿਆਂ ਦੀ ਖੇਡ ਦੇ ਵਿੱਚ 86% ਵਾਅਦੇ ਪੂਰੇ ਹੋ ਗਏ ਦੱਸਦੀ ਆ, ਉਹ ਜ਼ਮੀਨੀ ਪੱਧਰ ਤੇ ਵੀ ਵਾਕਿਆ ਇਦਾਂ ਲੋਕਾਂ ਨੂੰ ਲੱਗਦੇ ਆ ਵੀ ਉਹਨਾਂ ਨੇ ਪੂਰੇ ਕਰਤੇ? ਜ਼ਮੀਨੀ ਪੱਧਰ ਤੇ ਲੋਕਾਂ ਨੂੰ ਕੁਝ ਵਾਅਦੇ ਲੱਗਦੇ ਆ, ਬਹੁਤੇ ਵਾਅਦਿਆਂ ਦੇ ਮਾਮਲੇ ਜਾਪਦਾ ਕਿ ਸਰਕਾਰ ਕਹਿ ਰਹੀ ਆ ਪਰ ਵਾਅਦੇ ਨਜ਼ਰ ਨਹੀਂ ਆਉਂਦੇ। ਦੂਜੀ ਗੱਲ ਇਹ ਹੈ ਗੁਰਪ੍ਰੀਤ ਜੀ, ਅਸੀਂ ਤਸਵੀਰ ਵੇਖੀਏ ਬੜੀ ਵਧੀਆ ਬਣੀ ਹੋਵੇ ਉਹਦੇ ਵੱਲ ਧਿਆਨ ਘਟ ਜਾਂਦਾ, ਤੇ ਜੇ ਇੱਕ ਥਾਂ ਤੇ ਕੁਝ ਕਸੂਤਾ ਬਣ ਗਿਆ ਹੋਵੇ, ਕੁਝ ਗਲਤ ਨਿਸ਼ਾਨ ਲੱਗ ਗਿਆ ਹੋਵੇ, ਉਹਦੇ ਵੱਲ ਧਿਆਨ ਵੱਧ ਜਾਂਦਾ। ਅਸੀਂ ਪੰਜਾਬ 'ਚ ਰਹਿੰਦੇ ਹਾਂ, ਹਸਾਏ ਨਾਲੋਂ ਰਵਾਏ ਦਾ ਨਾਮ ਵੱਧ ਹੁੰਦਾ। ਇੱਥੇ ਜਿਹੜੇ ਲੋਕ ਨੇ ਉਹ ਕਿਹੜੀਆਂ ਗੱਲਾਂ ਵੇਖਦੇ ਪਏ ਆ, ਇਹਨਾਂ ਦੇ ਇੱਕ ਮੰਤਰੀ ਦਾ ਵਜ਼ੀਫਿਆਂ ਦਾ ਘੁਟਾਲਾ ਕਿੰਨਾ ਰੌਲਾ ਪਿਆ, ਉਹਦੀ ਖਾਤਰ ਸੈਕਟਰੀ ਬਦਲ ਦਿੱਤਾ ਗਿਆ, ਬਹੁਤ ਕੁਝ ਹੋ ਗਿਆ, ਪਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਅਕਾਲੀ ਭਾਜਪਾ ਸਰਕਾਰ ਵੇਲੇ ਉਹਨਾਂ ਦੇ ਗੁਲਜ਼ਾਰ ਸਿੰਘ ਰਣੀਕੇ ਦੇ ਖਿਲਾਫ ਰੌਲਾ ਪਿਆ ਸੀ, ਉਹਦੀ ਇਨਕੁਆਇਰੀ ਬਿਠਾਤੀ, ਉਹ ਤੋਂ ਅਸਤੀਫਾ ਲੈ ਲਿਆ, ਮੰਤਰੀ ਮੰਡਲ ਤੋਂ ਬਾਹਰ ਕੱਢਤਾ। ਇਨਕੁਆਇਰੀ ਕਰਵਾ ਕੇ 6 ਮਹੀਨੇ ਬਾਅਦ ਬਾਦਲ ਸਾਹਿਬ ਨੇ ਜਦੋਂ ਗੱਲ ਠੰਡੀ ਪੈ ਗਈ ਦੁਬਾਰਾ ਲਿਆ ਕੇ ਮੰਤਰੀ ਬਣਾ ਲਿਆ। ਇਹਨੂੰ ਝਟਕਾ ਦੇਣ ਵਾਸਤੇ 2 ਮਹੀਨੇ ਬਾਹਰ ਹੀ ਕੱਢ ਦਿੰਦੇ। ਇਹ ਹੁਣੇ ਝੋਨਾ ਵਿਕਿਆ ਇੱਥੇ, ਜਿੰਨਾ ਪੰਜਾਬ ਵਿੱਚ ਝੋਨਾ ਹੁੰਦਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਉਹਦੇ ਵਿੱਚ ਕਾਫੀ ਸਾਰਾ ਵੱਡਾ ਹਿੱਸਾ ਲਿਆ ਕੇ ਇੱਥੋਂ ਯੂਪੀ ਤੋਂ ਸਮਗਲ ਕਰਕੇ ਲਿਆ ਕੇ ਪੰਜਾਬ ਦੇ ਕਿਸਾਨਾਂ ਦੇ ਜਾਲੀ ਨਾਂ ਲਿਖ ਕੇ
ਉਹਦੇ ਉੱਤੇ ਇੱਥੋਂ ਦੀਆਂ ਮੰਡੀਆਂ 'ਚ ਵੇਚਿਆ ਗਿਆ। ਉੱਥੋਂ 900 ਰੁਪਏ ਨੂੰ ਕੁਇੰਟਲ ਖਰੀਦ ਕੇ ਲਿਆ ਕੇ ਪੰਜਾਬ 'ਚ 1888 ਰੁਪਏ ਕੁਇੰਟਲ ਵੇਚਿਆ ਗਿਆ। ਔਰ ਜਿਹੜੀ ਇੱਥੇ ਮੈਂ ਇਹਨਾਂ ਨੂੰ 5-6 ਮੰਡੀਆਂ ਦੇ ਨਾਂ ਉਦੋਂ ਵੀ ਮੈਂ TV ਦੇ ਉੱਤੇ ਗਿਣਾਏ ਸੀ, ਤੁਹਾਡੇ ਨਾਲ ਹੀ ਪ੍ਰੋਗਰਾਮ 'ਚ। ਮੈਂ ਅੱਜ ਵੀ ਕਹਿੰਦਾ ਕਿ ਉਹਨਾਂ ਮੰਡੀਆਂ 'ਚ ਅੱਜ ਪੜਤਾਲ ਕਰ ਲਈ ਜਾਵੇ। ਹਰਿਆਣੇ ਦੇ ਨਾਲ ਲੱਗਦੇ 4 ਜ਼ਿਲ੍ਹਿਆਂ 'ਚ ਪੜਤਾਲ ਕੀਤੀ ਜਾਵੇ। ਮੁੱਖ ਤੌਰ 'ਤੇ ਉੱਥੇ ਸਾਰੀ ਇਹ ਗੜਬੜ ਹੋਈ ਆ ਅਤੇ ਕੀ ਸਰਕਾਰ ਨੇ ਰੋਕੀ ਹੈ? ਸਰਕਾਰ ਦਾ ਜਿਹੜਾ ਇਸ ਮਹਿਕਮੇ ਨੂੰ ਡੀਲ ਕਰਨ ਵਾਲਾ ਮੰਤਰੀ ਆ ਉਹ ਸਫਾਈਆਂ ਜ਼ਰੂਰ ਦਿੰਦਾ ਰਿਹਾ, ਪਰ ਉਹਨਾਂ ਸਫਾਈਆਂ ਨਾਲ ਕਿਸੇ ਦੀ ਤਸੱਲੀ ਨਹੀਂ ਹੋ ਸਕੀ। ਇੱਦਾਂ ਦੇ ਕੁਛ ਹੋਰ ਮਹਿਕਮੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਘਪਲੇ ਘੁਟਾਲੇ ਜਿਹੜੇ ਹੁੰਦੇ ਆ, ਉਹ ਨਾਲ ਦੀ ਨਾਲ ਸਰਕਾਰ ਨੂੰ ਉਹਨਾਂ ਦਾ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ, ਲੋਕਾਂ ਦੀ ਤਸੱਲੀ ਕਰਾਉਣੀ ਚਾਹੀਦੀ ਆ, ਉਹ ਹੋ ਨਹੀਂ ਸਕੀ। ਹੁਣ ਇਹ ਜੇ ਇਸੇ ਤਰ੍ਹਾਂ ਕਰਦੇ ਰਹੇ, ਮੁਆਫ ਕਰਨਾ, ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਸੀ ਇਹਦੇ 'ਚ 2017 'ਚ, ਉਦੋਂ 4 ਫਰਵਰੀ ਨੂੰ ਵੋਟਾਂ ਪੈ ਗਈਆਂ ਸੀ ਅਤੇ 11 ਮਾਰਚ ਨੂੰ ਰਿਜ਼ਲਟ ਹੋਏ ਸੀ। ਹੁਣ 4 ਫਰਵਰੀ ਤੋਂ ਬਾਅਦ 4 ਮਾਰਚ ਵੀ ਲੰਘ ਗਈ ਹੈ ਅਤੇ 11 ਮਾਰਚ ਆਉਣ ਵਾਲੀ ਹੈ। ਇਹਦਾ ਮਤਲਬ ਚੋਣਾਂ 'ਚ ਸਾਲ ਤੋਂ ਵੀ ਘੱਟ ਰਹਿ ਗਿਆ, ਅਤੇ ਜੇ ਸਾਲ ਤੋਂ ਵੀ ਘੱਟ ਰਹਿ ਗਿਆ ਅਤੇ ਇਸ ਵੇਲੇ ਤੱਕ ਜਾ ਕੇ ਇਹ ਲੋਕਾਂ ਦੀ ਤਸੱਲੀ ਨਾ ਕਰਾ ਸਕਣਗੇ ਅਤੇ ਬਾਕੀ ਕਦੋਂ ਕਰਨਾ? ਜੇ ਚੋਣਾਂ ਦੇ ਸਾਲ ਵਿੱਚ ਇਹ ਵੀ ਸਮਝ ਲਓ ਕਿ ਇਸ ਸਰਕਾਰ ਕੋਲ 5-6 ਮਹੀਨੇ ਹੀ ਆ। ਜਦੋਂ ਅਖੀਰਲੇ 6 ਮਹੀਨੇ ਰਹਿ ਜਾਣ ਉਦੋਂ ਅਫਸਰ ਮੰਤਰੀਆਂ ਦਾ ਕਿਆ ਨਹੀਂ ਮੰਨਦੇ ਹੁੰਦੇ, ਉਹ ਬਾਹਰ ਆਪੋਜੀਸ਼ਨ 'ਚ ਫਿਰਦੇ ਲੀਡਰਾਂ 'ਚੋਂ ਨਕਸ਼ ਪਛਾਣਨ ਲੱਗ ਪੈਂਦੇ ਆ ਕਿ ਇਹਦੀ ਸਰਕਾਰ ਤਾਂ ਨਾ ਆਜੂ, ਉਹਦੀ ਤਾਂ ਨਾ ਆਜੂ, ਆਤ ਨਹੀਂ ਬਣ ਜੂ। ਹਾਲ ਦੀ ਘੜੀ ਤਾਂ ਉਹਨਾਂ ਦੇ ਵਾਸਤੇ ਸੌਖਾ, ਕਾਂਗਰਸੀਆਂ ਵਾਸਤੇ ਕੰਮ, ਕਿ ਆਮ ਆਦਮੀ ਪਾਰਟੀ ਉੱਠਦੀ ਤਾਂ ਪਈ ਆ, ਅਜੇ ਜਿੰਨੀ ਆਸ ਰੱਖਦੇ ਸੀ ਉਨੀ ਨਹੀਂ ਉੱਠੀ। ਅਕਾਲੀ ਦਲ ਜਿਹੜਾ ਉਹ ਅਜੇ ਤੱਕ ਲੋਕਾਂ ਵਿੱਚ ਜਾਣ ਤੋਂ ਝਿਜਕਦਾ ਪਿਆ, ਭਾਜਪਾ ਕਿਤੇ ਲੱਭਦੀ ਨਹੀਂ। ਪਰ ਇਹ ਕਾਂਗਰਸੀ ਜੇ ਇਹ ਸਮਝਣ ਕਿ ਸਾਡੇ ਲਈ ਸਾਹ ਸੌਖਾ, ਇਹ ਵੀ ਇਹਨਾਂ ਦੀ ਗਲਤੀ ਹੋਊਗੀ। ਪਿੰਡਾਂ ਵਿੱਚ ਜਾ ਕੇ ਵੇਖੋ, ਲੋਕੀ ਜਿਹੜੀਆਂ ਕਾਂਗਰਸੀਆਂ ਬਾਰੇ ਗੱਲਾਂ ਕਰਦੇ ਆ ਉਹ ਵੀ ਸੁਣੀਆਂ ਨਹੀਂ ਜਾਂਦੀਆਂ। ਉਹਨਾਂ ਵਾਸਤੇ ਜਾਂ ਤਾਂ ਇਹਨਾਂ ਨੂੰ ਤਿਆਰੀ ਕਰਨੀ ਪਊ, ਅਤੇ ਨਹੀਂ ਤਾਂ ਫਿਰ ਲੋਕੀ ਦੂਸਰੀਆਂ ਪਾਰਟੀਆਂ 'ਚੋਂ ਕੋਈ ਨਾ ਕੋਈ ਲੱਭਣਾ ਸ਼ੁਰੂ ਕਰ ਦੇਣਗੇ ਕਿ ਜੇ ਇਹ ਨਹੀਂ ਤੇ ਉਹ ਸਹੀ, ਕਿਹਨੂੰ ਲਿਆਉਣਾ ਇਹਦੇ ਵਾਸਤੇ। ਲੋਕੀ ਜੇ ਲੱਭਣਾ ਸ਼ੁਰੂ ਕਰ ਦੇਣ ਤੇ ਕਸੂਰ ਲੋਕਾਂ ਦਾ ਨਹੀਂ ਹੋਊ, ਇਹਨਾਂ ਦਾ ਹੋਊਗਾ। ਇੱਕ ਪੰਨ ਸਾਹਿਬ, ਵੈਸੇ ਇੱਕ ਤਾਂ ਚੀਜ਼ ਹੁੰਦੀ ਆ ਪ੍ਰੈਕਟੀਕਲ ਰਾਜਨੀਤੀ। ਪ੍ਰੈਕਟੀਕਲ ਰਾਜਨੀਤੀ ਤਾਂ ਤੁਸੀਂ ਸਮਝਾਤੀ ਕਿ ਅਸਲ 'ਚ ਚੱਲ ਕੀ ਰਿਹਾ, ਹੋ ਕੀ ਰਿਹਾ। ਇੱਕ ਹੁੰਦੀ ਆ ਉਹੀ ਊਠ ਦੇ ਬੁੱਲ ਵਾਲੀ ਰਾਜਨੀਤੀ, ਵੀ ਇਹ ਲੰਕਦਾ ਪਤਾ ਨਹੀਂ ਡਿੱਗੂ ਕਿ ਨਹੀਂ ਡਿੱਗੂ। ਉਹ ਊਠ ਦੇ ਬੁੱਲ ਵਾਲੀ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਐਸੇ ਚਿਹਰੇ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਗੱਲੀਂ ਬਾਤੀਂ ਵੀ ਸਰਗਰਮ ਰਹਿੰਦੇ ਆ, ਸੋਸ਼ਲ ਮੀਡੀਆ ਤੇ ਵੀ ਸਰਗਰਮ ਰਹਿੰਦੇ ਆ, ਜਾਂ ਬਿਆਨਾਂ ਦੇ ਤੌਰ ਤੇ ਸਰਗਰਮ ਰਹਿੰਦੇ ਆ, ਜਾਂ ਕਹਿ ਲਓ ਕਿ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਇਹੋ ਜਿਹਾ ਪ੍ਰਭਾਵ ਹੈ ਉਹਨਾਂ ਦਾ ਕਿ ਯਾਰ ਜੇ ਕਿਤੇ ਇਹ ਆ ਜਾਣ ਨਾਲ ਫਿਰ ਗੱਲ ਬਣ ਜਾਵੇ। ਕਾਫੀ ਸਾਰੇ ਚਿਹਰੇ ਦਾ ਨਾਂ ਕਿਉਂ ਨਹੀਂ ਲੈ ਰਹੇ? ਉਹ ਚਿਹਰੇ ਪਿਛਲੇ ਸਮੇਂ ਦੇ ਵਿੱਚ, ਹਾਂਜੀ, ਸਿੱਧਾ ਸਿੱਧੂ ਦਾ ਨਾਂ ਕਿਉਂ ਨਹੀਂ ਲੈ ਰਹੇ? ਗੱਲ ਤੋਂ ਹੀ ਨਵਜੋਤ ਸਿੱਧੂ ਦੀ ਕਰ ਰਿਹਾ, ਸਾਰਿਆਂ ਨੂੰ ਪਤਾ। ਨਹੀਂ, ਉਹਦੇ ਤੋਂ ਇਲਾਵਾ ਵੀ 1-2 ਨਾਮ ਹੋਰ ਹੈਗੇ ਆ। ਉਹ ਜਿਹੜੇ ਨਾਮ ਨੇ ਸਿੱਧੂ ਸਾਹਿਬ ਦੇ ਨਾਲ ਇਨਕਲੂਡਿੰਗ, ਉਹਨਾਂ ਨਾਵਾਂ ਨੂੰ ਕਿਵੇਂ ਦੇਖਦੇ ਹੋ, ਉਹਨਾਂ ਦੀ ਸਰਗਰਮੀ ਨੂੰ, ਤੇ ਉਹਨਾਂ ਦਾ ਕੁਝ ਵਟਿਆ ਜਾਂਦਾ ਕਿ ਨਹੀਂ ਇਹਨਾਂ ਖੇਤਾਂ 'ਚ? ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਅਜੇ ਤੱਕ ਇਹ ਸਮਝ ਨਹੀਂ ਆਉਂਦੀ ਕਿ ਹੁਣ ਪੌਣੇ 2 ਸਾਲ ਹੋ ਗਏ ਆ, ਉਹ ਜਿਹੜੀ ਮੁੱਖ ਸਰਗਰਮੀ ਆ ਉਹਦੇ ਤੋਂ ਪਾਸੇ ਘਰ ਬੈਠਾ। ਕਦੇ ਕਦਾਈ YouTube ਤੇ ਟਵਿੱਟਰ ਤੇ ਜਾਂ ਫੇਸਬੁੱਕ ਦੇ ਉੱਤੇ ਜਾ ਕੇ ਕੋਈ ਗੱਲ ਪਾ ਦੇਣੀ, ਉਹਦਾ ਉਹ ਅਸਰ ਨਹੀਂ ਪੈਂਦਾ ਜਿਹੜਾ ਜੇ ਉਹ ਸਿੱਧੇ ਤੌਰ 'ਤੇ ਮੈਦਾਨ 'ਚ ਆਵੇ। ਜੇ ਤਾਂ ਆਪਣੀ ਪਹਿਲੀ ਪਾਰਟੀ ਕੋਲ ਪਹਿਲੀ ਵਜ਼ੀਰੀ ਤੱਕ ਜਾਣਾ ਤਾਂ ਫੈਸਲਾ ਕਰ ਲੇ, ਜੇ ਨਹੀਂ ਜਾਣਾ, ਕੁਝ ਹੋਰ ਕਰਨਾ, ਲੋਕਾਂ ਸਾਹਮਣੇ ਕੋਈ ਪੱਤੇ ਤਾਂ ਖੋਲ੍ਹੇ। ਬੰਦਾ ਇਮਾਨਦਾਰ ਹੈ, ਉਹਦੇ ਉੱਤੇ ਅੱਜ ਤੱਕ ਕਦੇ ਕੋਈ ਦਾਗ ਲੱਗਾ ਅਸੀਂ ਕਿਤਿਓਂ ਨਹੀਂ ਸੁਣਿਆ। ਜਦੋਂ ਖਿਡਾਰੀ ਹੁੰਦਾ ਸੀ ਉਦੋਂ ਵੀ ਉੱਤੇ ਕੋਈ ਦਾਗ ਲੱਗਾ ਨਹੀਂ ਸੀ ਸੁਣਿਆ। ਹੁਣ ਜਦੋਂ ਦਾ ਇਹ MLA ਵੀ ਬਣਿਆ ਅਤੇ ਜਦੋਂ ਕਣਕਾਂ ਸੜੀਆਂ ਅਤੇ ਕਈਆਂ ਹਲਕਿਆਂ 'ਚ ਸੜੀਆਂ ਸਨ, ਇਹ ਇਕੱਲਾ ਸੀ ਜਿਹਨੇ ਆਖਿਆ ਕਿ ਸਰਕਾਰ ਦਾ ਮੁਆਵਜ਼ਾ ਬਾਅਦ 'ਚ ਆਊਗਾ, ਮੈਂ ਆਪਣੀ ਜੇਬ 'ਚੋਂ ਇਹਨਾਂ ਕਿਸਾਨਾਂ ਨੂੰ ਇੰਨੇ ਪੈਸੇ ਦਿੰਦਾ ਪਿਆ, ਉਹ ਇਹਨੇ ਦਿੱਤੇ ਸਨ। ਇਹ ਸਾਰੀਆਂ ਗੱਲਾਂ ਲੋਕਾਂ ਦੀ ਨਜ਼ਰ 'ਚ ਆ। ਪਰ ਗੈਰ ਸਰਗਰਮੀ ਜਿਹੜੀ ਆ, ਸੀਨ ਤੋਂ ਪਾਸੇ ਹੋ ਕੇ ਬੈਠੇ ਰਹਿਣਾ, ਕਦੇ ਕਦਾਈ ਐਵੇਂ ਹੀ ਜਿਵੇਂ ਕਵਰਿੰਗ ਫਾਇਰ ਵਾਲਾ ਗੋਲਾ ਛੱਡਣਾ ਹੁੰਦਾ, ਉਹ ਛੱਡ ਕੇ YouTube 'ਤੇ ਫਿਰ 2 ਦਿਨ ਵਾਸੀਆਂ ਲੈਂਦੇ ਰਹਿਣਾ, ਇਹ ਇਹਦੇ ਪੱਖ ਵਿੱਚ ਨਹੀਂ ਜਾਂਦੀ। ਇਹਨੂੰ ਸਾਹਮਣੇ ਆਉਣਾ ਪਊ। ਜਿਹੜੇ ਬਾਕੀ ਦੇ ਲੋਕ ਨੇ ਉਹਨਾਂ 'ਚੋਂ ਕੌਣ ਹੈ, ਮੈਂ ਸਾਰਿਆਂ ਦੇ ਨਾਂ ਨਹੀਂ ਲੈਂਦਾ, ਪਰ ਅਸਲ ਗੱਲ ਇਹ ਹੈ ਕਿ ਸਾਰੇ ਆਪੋ ਆਪਣੀ ਥਾਂ 'ਤੇ ਸਰਗਰਮ ਨੇ, ਕੰਮ ਕਰਦੇ ਪਏ ਆ। ਡਿਕਲੇਅਰ ਅਜੇ ਤੱਕ ਕਿਸੇ ਨੇ ਕੋਈ ਕੀਤਾ ਨਹੀਂ ਕਿ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕੌਣ ਹੋ। ਹਾਂ, ਅਕਾਲੀਆਂ 'ਚੋਂ ਡਿਕਲੇਅਰਡ ਹੈ, ਉਹ ਕਹਿੰਦੇ ਆ ਜੀ ਸੁਖਬੀਰ ਸਿੰਘ ਬਾਦਲ ਹੋਵੇਗਾ। ਪਰ 15 ਕੁ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪ ਇਹ ਕਹਿ ਦਿੱਤਾ ਕਿ ਸਾਡੇ ਵੱਲੋਂ ਬਾਪੂ ਜੀ ਅਗਵਾਈ ਕਰਨਗੇ। ਜੇ ਬਾਪੂ ਜੀ ਨੇ ਅਗਵਾਈ ਕਰਨੀ ਆ ਤੇ ਫਿਰ ਇਹ ਉਮੀਦਵਾਰ ਨਹੀਂ ਹੋ ਸਕਦਾ, ਫਿਰ ਤਾਂ ਬਾਪੂ ਜੀ ਹੋਣਗੇ। ਇਹ ਅਜੇ ਤੱਕ ਅਕਾਲੀ ਦਲ ਵੱਲੋਂ ਵੀ ਸਪਸ਼ਟ ਲਫ਼ਜ਼ਾਂ ਵਿੱਚ ਨਹੀਂ ਕਿਹਾ ਗਿਆ ਕਿ ਅਗਲੀ ਵਾਰੀ ਉਮੀਦਵਾਰ ਕੌਣ ਹੋਵੇਗਾ। ਸਾਨੂੰ ਇਹ ਪਤਾ ਕਿ ਉਮੀਦਵਾਰ ਸੁਖਬੀਰ ਸਿੰਘ ਬਾਦਲ ਹੋਵੇਗਾ, ਇਸੇ ਦੀ ਅਗਵਾਈ ਥੱਲੇ ਚੋਣ ਲੜੀ ਜਾਊ ਅਤੇ ਇਹਨੂੰ ਚਿਹਰਾ ਬਣਾ ਕੇ ਮੁੱਖ ਮੰਤਰੀ ਦਾ ਪੇਸ਼ ਕੀਤਾ ਜਾਊ। ਪਰ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਇੱਕ ਜਿਹੜੀ ਉਹ 'ਚ ਕਮੀ ਆ, ਉਹ ਇਹ ਕਿ ਉਹ ਅਜੇ ਤੱਕ ਬਾਦਲ ਨਹੀਂ ਬਣਿਆ, ਅਜੇ ਉਹ ਸੁਖਬੀਰ ਹੈ।
ਉਹਨੂੰ ਬਾਦਲ ਬਣਦਿਆਂ ਅਜੇ 20-25 ਸਾਲ ਲੱਗ ਜਾਣੇ ਆ। ਪ੍ਰਕਾਸ਼ ਸਿੰਘ ਬਾਦਲ ਜਦੋਂ ਤੋਂ ਉੱਭਰਿਆ, ਅਜੇ MLA ਵੀ ਸੀ, ਉਦੋਂ ਵੀ ਲੋਕੀ ਸਰਦਾਰ ਲਿਖਣ ਨਾ ਲਿਖਣ ਪ੍ਰਕਾਸ਼ ਸਿੰਘ ਬਾਦਲ ਲਿਖਦੇ ਸੀ। ਇਹਨੂੰ ਅਜੇ ਤੱਕ ਜਾਂ ਤਾਂ ਨਿਰਾ ਸੁਖਬੀਰ ਲਿਖਦੇ ਜਾਂ ਸੁਖਬੀਰ ਬਾਦਲ ਲਿਖ ਦਿੰਦੇ ਨੇ। ਕੋਈ ਅਕਾਲੀ ਦਲ ਦਾ ਪ੍ਰਧਾਨ ਹੋਵੇ, ਉਹਦਾ ਜਿਹੜਾ ਇਮੇਜ ਬਣਨਾ ਚਾਹੀਦਾ, ਉਹ ਅਜੇ ਆਪਣਾ ਇਮੇਜ ਬਣਾਉਣ ਵਾਸਤੇ ਯਤਨ ਵੀ ਕੋਈ ਖਾਸ ਨਹੀਂ ਕਰ ਰਿਹਾ। ਉਹਦੀ ਜਿਹੜੀ ਗੈਰ ਗੰਭੀਰਤਾ ਉਹਦਾ ਨੁਕਸਾਨ ਕਰ ਰਹੀ। ਉਹਦੇ ਨਾਲ ਦੇ ਪਤਾ ਨਹੀਂ ਕੀ ਸੋਚਦੇ ਪਏ ਆ। ਰਹਿ ਗਈ ਗੱਲ ਆਮ ਆਦਮੀ ਪਾਰਟੀ ਵਾਲਿਆਂ ਦੀ, ਉਹਨਾਂ 'ਚੋਂ ਭਗਵੰਤ ਮਾਨ ਸਰਗਰਮ ਆ, ਲੋਕ ਟੀਕਾ ਟਿੱਪਣੀ ਵੀ ਕਰਦੇ ਆ, ਕੁਛ ਉੱਤੇ ਊਜਾਂ ਵੀ ਲਾਈ ਜਾਂਦੇ ਨੇ, ਲੱਗਦੀਆਂ ਨੇ, ਪਰ ਉਹਦੇ ਬਾਵਜੂਦ ਉਹਦੀ ਪਾਰਟੀ ਕੰਮ ਕਰਦੀ ਪਈ ਹੈ। ਕਾਂਗਰਸੀਆਂ ਵਿੱਚੋਂ ਸੁਨੀਲ ਜਾਖੜ ਨੇ ਕਹਿ ਦਿੱਤਾ ਸੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਅਗਲੀਆਂ ਚੋਣਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜਾਂਗੇ। ਉਹਦੇ ਉੱਤੇ ਰੌਲਾ ਪੈ ਗਿਆ। ਸਭ ਤੋਂ ਵੱਧ ਅਟੈਕ ਕੀਤਾ ਸ਼ਮਸ਼ੇਰ ਸਿੰਘ ਦੂਲੋ ਨੇ ਕਿ ਇਹ ਇੱਥੇ ਫੈਸਲਾ ਕਰਨ ਵਾਲੇ ਕੌਣ ਹੁੰਦੇ ਆ, ਇਹ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਕਿ ਕੌਣ ਅਗਲੀ ਵਾਰੀ ਮੁੱਖ ਮੰਤਰੀ ਹੋਵੇਗਾ। ਸੁਨੀਲ ਜਾਖੜ ਨੇ ਆਖਿਆ ਜੀ ਮੈਂ ਮੁੱਖ ਮੰਤਰੀ ਦੀ ਗੱਲ ਹੀ ਨਹੀਂ ਕੀਤੀ, ਮੈਂ ਤਾਂ ਇਹ ਆਖਿਆ ਕਿ ਅਗਲੀਆਂ ਚੋਣਾਂ 'ਚ ਅਗਵਾਈ ਕੈਪਟਨ ਅਮਰਿੰਦਰ ਸਿੰਘ ਨੇ ਕਰਨੀ ਹੈ। ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਕਿ ਨਹੀਂ ਬਣਾਉਣਾ, ਇਹ ਤਾਂ ਬਾਅਦ 'ਚ ਵਿਧਾਇਕ ਦਲ ਫੈਸਲਾ ਕਰੂ ਅਤੇ ਉਹਦੀ ਪ੍ਰਵਾਨਗੀ ਹਾਈ ਕਮਾਂਡ ਨੇ ਦੇਣੀ ਹੈ। ਮੈਂ ਤਾਂ ਸਿਰਫ ਅਗਵਾਈ ਦੀ ਗੱਲ ਕੀਤੀ ਹੈ। ਉਹਦਾ ਕਰਕੇ ਜਿਸ ਦਿਨ ਦੀ ਉਹਨੇ ਇਹ ਗੱਲ ਕਹਿ ਦਿੱਤੀ ਹੈ, ਕਾਂਗਰਸ ਪਾਰਟੀ ਦੇ ਆਪਣੇ ਅੰਦਰ ਹਿਲਜੁਲ ਹੁੰਦੀ ਪਈ ਆ। ਕੁਛ ਲੋਕ ਹੱਕ ਵਿੱਚ, ਕੁਝ ਵਿਰੋਧ ਗੱਲਾਂ ਕਰ ਰਹੇ ਨੇ। ਹੱਕ ਵਿੱਚ ਕਿੰਨੇ ਆ, ਵਿਰੋਧ ਵਿੱਚ ਕਿੰਨੇ ਆ, ਇਹਦਾ ਕਿਸੇ ਨੇ ਕੋਈ ਸਿਰ ਗਿਣਤ ਕੇ ਤੇ ਫੈਸਲਾ ਕਰਨਾ ਨਹੀਂ, ਇਹ ਤਾਂ ਉਸ ਪਾਰਟੀ ਵਾਲਿਆਂ ਨੂੰ ਪਤਾ ਹੋਊ। ਪਰ ਇਹ ਗੱਲ ਪੱਕੀ ਆ ਕਿ ਉਹਦੇ ਨਾਲ ਸੁਨੀਲ ਜਾਖੜ ਦੇ ਉਸ ਬਿਆਨ ਦੇ ਨਾਲ ਸ਼ਮਸ਼ੇਰ ਸਿੰਘ ਦੂਲੋ ਦਾ ਜਿਹੜਾ ਜਵਾਬੀ ਬਿਆਨ ਆ, ਉਹਦੇ ਨਾਲ ਪਾਰਟੀ ਦੇ ਵਿੱਚ ਹਿਲਜੁਲ ਹੋਈ ਆ। ਬਿਲਕੁਲ ਸਹੀ। ਅੱਛਾ ਪੰਨੂ ਸਾਹਿਬ, ਇਹ ਸਾਰੇ ਕੁਛ ਦੇ ਵਿੱਚ ਨਾ ਇੱਕ ਜਿਹੜੀ ਵੱਖਰੀ ਚੀਜ਼ ਸੁਣਨ ਨੂੰ ਮਿਲਣ ਲੱਗ ਪਈ, ਕਿਉਂਕਿ ਇੱਥੇ ਬਾਹਰ ਬੈਠਿਆਂ ਨੂੰ ਉਹ ਚੀਜ਼ ਬਹੁਤ ਵੱਡੀ ਲੱਗਦੀ ਹੈ। ਮੈਨੂੰ ਇਹ ਹੈ ਕਿ ਹੁਣ ਤੁਸੀਂ ਉੱਥੇ ਬੈਠੇ ਹੋ ਪੰਜਾਬ 'ਚ, ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਜਿਹੜੀ ਇਹ ਕਰੋਨੇ ਵਾਲੀ ਲਹਿਰ ਕਹਿੰਦੇ ਆ ਕਿ ਜਾਂ ਉਹ ਮੱਧ ਪ੍ਰਦੇਸ਼ 'ਚ ਆ ਗਈ ਤੇ ਜਾਂ ਦੂਜੀ ਪੰਜਾਬ 'ਚ ਆ, ਤੇ ਕੇਂਦਰ ਦਾ ਧਿਆਨ ਵੀ ਪੰਜਾਬ 'ਚ ਲੱਗਿਆ ਪਿਆ, ਤੇ ਸੁਣਨ 'ਚ ਇਹ ਵੀ ਆਇਆ ਕਿ 4 ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਅਨਾਉਂਸ ਕਰ ਦਿੱਤਾ ਗਿਆ। ਇਹ ਵਾਕਈ ਫਿਰ ਤੋਂ ਇੱਕ ਵਾਰ ਕਰੋਨੇ ਵਾਲਾ ਧਮਾਕਾ ਹੋ ਗਿਆ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਗਰਮੀਆਂ ਤੱਕ ਫਿਰ ਇਹ ਪੀਕ ਟੱਚ ਕਰ ਜੂਗਾ। ਦੇਖੋ, ਬਰਤਾਨੀਆ 'ਚ ਤੀਜੀ ਵਾਰ ਲਹਿਰ ਉੱਠ ਪਈ ਹੈ। ਅਮਰੀਕਾ ਦੇ ਵਿੱਚ ਹੁਣ ਤੱਕ ਮਤਲਬ 5 ਲੱਖ ਤੋਂ ਵੱਧ, ਸ਼ਾਇਦ 5,37,000 ਲੋਕ ਜਿਹੜੇ ਨੇ ਉਹ ਮਰ ਚੁੱਕੇ ਨੇ। ਇੰਨੀਆਂ ਮੌਤਾਂ ਹੋ ਗਈਆਂ ਨੇ। ਜਿਹੜੀਆਂ ਇੰਨੀਆਂ ਮੌਤਾਂ ਹੋ ਰਹੀਆਂ ਨੇ ਅਮਰੀਕਾ ਵਿੱਚ ਵੀ, ਬਾਕੀ ਥਾਵਾਂ ਦੇ ਉੱਤੇ ਵੀ, ਭਾਰਤ ਕਿੱਦਾਂ ਬਚਿਆ ਰਹਿ ਸਕਦਾ? ਭਾਰਤ ਵਿੱਚ ਵੀ 1,58,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਨਾਲੋਂ ਭਾਰਤ ਬਹੁਤ ਵੱਡਾ। ਉਸ ਪੱਖੋਂ ਜੇ ਸੋਚੀਏ ਤਾਂ ਇੱਥੇ ਬਹੁਤ ਘੱਟ ਮੌਤਾਂ ਹੋਈਆਂ, ਪਰ ਬੰਦਾ ਤਾਂ ਇੱਕ ਮਰਿਆ ਵੀ ਜਿਹੜਾ ਉਹ ਘਰ ਦੇ ਜੀਆਂ ਦਾ ਸਾਹ ਸੁੱਕ ਜਾਂਦਾ। ਸਾਰੇ ਪਿੰਡ ਦੇ ਵਿੱਚ ਲੋਕਾਂ ਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ। ਜਿਹੜੇ ਦੇਸ਼ ਵਿੱਚ 1,58,000 ਲੋਕ ਮਰ ਗਏ ਉਹ ਥੋੜ੍ਹੇ ਆ। ਇੱਥੇ ਹੁਣ ਕਰੋਨਾ ਦੇ ਨਾਲ ਜਿਹੜੀ ਆ ਨਵੀਂ ਲਹਿਰ ਉੱਠੀ ਹੈ, ਇਹਦੇ 'ਚ ਪਹਿਲਾਂ 5 ਸੂਬਿਆਂ ਦਾ ਨਾਂ ਲਿਆ ਗਿਆ, ਜਿਨ੍ਹਾਂ 'ਚ ਮਹਾਰਾਸ਼ਟਰ ਜਿਹੜਾ ਪਹਿਲਾਂ ਵੀ 52,000 ਤੋਂ ਵੱਧ ਮੌਤਾਂ ਝੱਲ ਚੁੱਕਾ, ਉਹ ਵੀ ਸੀ। ਉਹ 'ਚ ਕੇਰਲਾ ਵੀ ਪਾ ਲਿਆ, ਛੱਤੀਸਗੜ੍ਹ ਵੀ ਪਾ ਲਿਆ, ਉਹਦੇ 'ਚ ਮੱਧ ਪ੍ਰਦੇਸ਼ ਵੀ ਪਾ ਲਿਆ, ਅਤੇ ਪੰਜਾਬ ਵੀ। ਉਹਦੇ ਤੋਂ 5 ਤੋਂ ਵਧਾ ਕੇ ਫਿਰ 10 ਸੂਬੇ ਕੀਤੇ ਗਏ। 10 ਦੇ ਵਿੱਚ ਉਹਨਾਂ ਨੇ ਪੱਛਮੀ ਬੰਗਾਲ ਵੀ ਪਾ ਲਿਆ, ਜੰਮੂ ਕਸ਼ਮੀਰ ਵੀ ਪਾ ਲਿਆ, ਅਤੇ ਪ੍ਰਧਾਨ ਮੰਤਰੀ ਦਾ ਆਪਣਾ ਗੁਜਰਾਤ ਵੀ ਉਹ 'ਚ ਪਾ ਲਿਆ। ਗੁਜਰਾਤ ਵਿੱਚ ਕਹਿੰਦੇ ਕੇਸ ਫਿਰ ਵਧਣ ਲੱਗ ਪਏ, ਦਿੱਲੀ 'ਚ ਵੀ ਵੱਧ ਰਿਹਾ। ਉਹ ਰਹਿ ਗਈ ਗੱਲ ਸਾਡੇ ਪੰਜਾਬ ਦੀ। ਪੰਜਾਬ ਦੇ ਠੀਕ ਤੁਹਾਂ ਆਖਿਆ ਕਿ 4 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾਉਣਾ ਪਿਆ, ਕਿਉਂਕਿ ਉਹਨਾਂ 4 ਜ਼ਿਲ੍ਹਿਆਂ 'ਚ ਕੇਸ ਵੱਧ ਰਹੇ ਨੇ। ਪਰ ਉਹ 4 ਜ਼ਿਲ੍ਹੇ ਨਾ ਆਖੋ, ਸਿੱਧਾ ਦੁਆਬਾ ਹੀ ਕਹਿ ਦਿਓ। 4 ਜ਼ਿਲ੍ਹੇ ਦੁਆਬੇ 'ਚ ਪੈਂਦੇ ਆ, ਦੁਆਬੇ ਦੇ 4 ਜ਼ਿਲ੍ਹਿਆਂ 'ਚ ਲੱਗ ਗਿਆ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕੋਈ ਵੀ ਜ਼ਿਲ੍ਹਾ ਦੁਆਬੇ ਦਾ ਛੱਡਿਆ ਨਹੀਂ ਗਿਆ। ਇਹਦਾ ਮਤਲਬ ਕਿ ਸਾਰਾ ਜਿਹੜਾ ਇਹਦੇ ਉੱਤੇ ਹੀ ਕੇਂਦਰਿਤ ਕੀਤਾ ਜਾ ਰਿਹਾ। ਅਗਲੀ ਗੱਲ ਇਹ ਆ ਕਿ ਇਸ ਵਾਰੀ ਕੇਂਦਰ ਸਰਕਾਰ ਨੇ ਪਿਛਲੇ ਤਜਰਬੇ ਤੋਂ ਸਿੱਖ ਕੇ ਕੇਂਦਰ ਦੇ ਸਿਹਤ ਮੰਤਰਾਲੇ ਤੋਂ ਸਪੈਸ਼ਲ ਟੀਮਾਂ ਜਾਂ ਮਹਾਰਾਸ਼ਟਰ 'ਚ ਭੇਜੀਆਂ ਨੇ, ਗੁਜਰਾਤ ਵਿੱਚ ਅਤੇ ਮੱਧ ਪ੍ਰਦੇਸ਼ ਭੇਜੀਆਂ ਨੇ, ਜਾਂ ਪੰਜਾਬ 'ਚ ਭੇਜੀਆਂ ਨੇ। ਉਹ ਇੱਥੇ ਆ ਕੇ ਕਰੋਨਾ ਵਾਇਰਸ ਦੇ ਸਵਾਲ ਦੇ ਉੱਤੇ ਇੱਥੋਂ ਦੇ ਸਿਹਤ ਵਿਭਾਗ, ਇੱਥੋਂ ਦੇ ਸਾਰੇ ਜਿਹੜੇ ਪ੍ਰਾਈਵੇਟ ਹਸਪਤਾਲ ਵੀ ਨੇ, ਉਹਨਾਂ ਸਾਰਿਆਂ ਨੂੰ ਗਾਈਡਲਾਈਨਾਂ ਵੀ ਦੇਣਗੇ, ਨਾਲ ਦੀ ਨਾਲ ਲੋੜ ਪੈਣ 'ਤੇ ਮਦਦ ਵੀ ਕਰਨਗੇ, ਕੇਂਦਰ ਸਰਕਾਰ ਨਾਲ ਕੋਆਰਡੀਨੇਟ ਵੀ ਕਰਨਗੇ। ਜਿਸ ਤਰ੍ਹਾਂ ਉੱਥੋਂ ਕੇਂਦਰ ਤੋਂ ਸਪੈਸ਼ਲ ਟੀਮਾਂ ਆਈਆਂ, ਉਹਦੇ ਤੋਂ ਲੱਗਦਾ ਹੈ ਕਿ ਕੰਮ ਕਾਫੀ ਖਰਾਬ ਹੋ ਰਿਹਾ। ਅਤੇ ਜੇ ਖਰਾਬ ਹੋ ਰਿਹਾ ਤਾਂ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਹੈ। ਜੇ ਅਸੀਂ ਬਚਣਾ ਤਾਂ ਸਾਰੇ ਲੋਕਾਂ ਨੂੰ ਇਹਦੇ ਵਾਸਤੇ ਇਹ ਕੁਛ ਨਾ ਕੁਛ ਯਤਨ ਕਰਨ, ਜਾਂ ਹੋਰ ਜਿਹੜੇ ਯਤਨ ਆ ਉਹਨਾਂ 'ਚ ਹਿੱਸਾ ਪਾਉਣਾ ਪਊਗਾ। ਪੰਨੂ ਸਾਹਿਬ, ਜਿਹੜੀ ਇੱਕ ਗੱਲ ਇਹਦੇ ਨਾਲ ਇਹ ਜੁੜੀ ਜਾਂਦੀ ਹੈ ਵੀ ਇੰਨੇ ਦੇਰ ਦਾ ਖੇਤੀ ਅੰਦੋਲਨ ਚੱਲਦਾ ਪਿਆ, ਤੇ ਆਪਾਂ ਹੁਣ ਤੱਕ ਦੇਖਿਆ ਗਾਂਹ ਵੀ ਚਲੋ ਸੁੱਖ ਮੰਗੀਏ ਵੀ ਇੱਕ ਵੀ ਕਿਸਾਨ ਜਾਂ ਕਿਸਾਨੀ ਅੰਦੋਲਨ 'ਚ ਗਏ ਸ਼ਖਸ ਦੀ ਕਰੋਨਾ ਕਰਕੇ ਕੋਈ ਮੌਤ ਨਹੀਂ ਹੋਈ, ਜਾਂ ਕਰੋਨੇ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਤੇ ਹੁਣ ਇਸ ਚੀਜ਼ ਨੂੰ ਇੱਦਾਂ ਵੀ ਜੋੜਿਆ ਜਾ ਰਿਹਾ ਵੀ ਸ਼ਾਇਦ ਚਲੋ ਪੰਜਾਬ 'ਚ ਹਊਆ ਪੈਦਾ ਕਰ ਦਿੱਤਾ ਜਾਵੇ ਕਰੋਨੇ ਵਾਲਾ, ਤੇ ਸ਼ਾਇਦ ਤਾਂ ਕਰਕੇ ਕਿਸਾਨੀ ਅੰਦੋਲਨ ਨੂੰ ਫਰਕ ਪੈ ਜਾਵੇ। ਇਹ ਸ਼ੱਕ ਹੀ ਹੈ ਜਾਂ ਇਹ ਜਸਟ ਗੱਲ ਜੋੜੀ ਜਾ ਰਹੀ ਹੈ? ਕਰੋਨਾ ਆਪਣੀ ਥਾਂ ਤੇ ਆ, ਖੇਤੀ ਅੰਦੋਲਨ ਆਪਣੀ ਥਾਂ ਤੇ। ਇਸ ਵੇਲੇ ਪੰਜਾਬ ਨਾਲੋਂ ਵੱਧ ਯੂਪੀ ਦੇ ਵਿੱਚੋਂ ਲੋਕ ਆ ਕੇ ਦਿੱਲੀ 'ਚ ਬੈਠੇ ਆ।
ये गल यूपी बारे क्यों नहीं आखी गई? हरियाणा पूरी तरह पंजाब तो भी अगे लग के उत्थे बैठा। महापंचायतां सब तो वध यूपी ते हरियाणे 'च हो रही ने, उन्हां दोवां दा नां क्यों नहीं लिया गया? बिहार दे विच इंनियां चोणां होईयां ने, उत्थे किड्डा किड्डा काम हुंदा रहा, उहदा नां क्यों नहीं लिया गया? ये मैं समझदा कि करोना दे इस मसले नूं उहदे नाल नहीं जोड़ना चाहिए। ये कारण की है? ये तां खोज दा विशा। साडे गुआंढ विच पाकिस्तान है, ਉਹਦੇ ਵਿੱਚ ਪਹਿਲਾਂ ਪਹਿਲ ਬਿਮਾਰੀ ਇੱਕਦਮ ਲੱਗਾ ਕਿ ਵਧਣ ਲੱਗੀ ਹੈ, ਬਾਅਦ ਵਿੱਚ ਕੰਟਰੋਲ ਹੋ ਗਈ। ਹੁਣ ਤੱਕ ਉੱਥੇ ਬਿਮਾਰੀ ਨਹੀਂ ਵੱਧ ਰਹੀ। ਕਈ ਹੋਰ ਦੇਸ਼ ਆ ਜਿਨ੍ਹਾਂ 'ਚ ਬਿਮਾਰੀ ਨਹੀਂ। ਸਾਡੇ ਭਾਰਤ ਦੇ ਵਿੱਚ ਵੀ ਕੇਰਲਾ ਵਾਲਿਆਂ ਕੰਟਰੋਲ ਕਰ ਲਿਆ, ਉੜੀਸਾ ਵਾਲਿਆਂ ਕੰਟਰੋਲ ਕਰ ਲਿਆ। ਸਾਡੇ ਪੰਜਾਬ ਦੇ ਵਿੱਚ ਕਿਉਂ ਬਿਮਾਰੀ ਆ ਗਈ? ਨਾਲ ਲੱਗਦੇ ਰਾਜਸਥਾਨ ਦੇ ਵਿੱਚ ਸ਼ੁਰੂ 'ਚ ਬਿਮਾਰੀ ਬੜੀ ਤੇਜ਼ੀ ਨਾਲ ਉੱਠੀ ਤੇ ਬਾਅਦ 'ਚ ਕੰਟਰੋਲ ਹੋ ਗਈ। ਇਹ ਅੱਡ-ਅੱਡ ਥਾਵਾਂ ਦੇ ਉੱਤੇ ਪ੍ਰਬੰਧਾਂ ਦਾ ਕਾਰਨ ਵੀ ਹੋ ਸਕਦਾ, ਕੁਛ ਕਮੀਆਂ ਕਮਜ਼ੋਰੀਆਂ ਹੋ ਸਕਦੀਆਂ ਨੇ। ਮੈਂ ਇਹਨੂੰ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਉਹਦੇ ਨਾਲ ਜੋੜ ਕੇ ਨਹੀਂ ਵੇਖਦਾ। ਜੇ ਇੱਦਾਂ ਹੋਵੇ ਤਾਂ ਫਿਰ ਕਿਸਾਨਾਂ ਦੇ ਸੰਘਰਸ਼ ਵਿੱਚ ਵੀ ਜਾ ਕੇ ਹਵਾ ਖੜਾ ਹੁਣ ਕਰਨਾ ਚਾਹੀਦਾ ਸੀ। ਉੱਥੇ ਕਿਸੇ ਨੇ ਕੋਈ ਹਵਾ ਨਹੀਂ ਖੜਾ ਕੀਤਾ। ਉੱਥੇ ਪੰਜਾਬ ਦੇ ਕਿਸਾਨ, ਹਿਮਾਚਲ ਪ੍ਰਦੇਸ਼ ਦੇ, ਹਰਿਆਣੇ ਦੇ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਸਾਰੇ ਇਕੱਠੇ ਹੀ ਬੈਠੇ ਆ। ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਇਹ ਕਿਉਂ ਨਹੀਂ ਆ ਰਹੀ? ਉੱਥੇ ਕਿਉਂ ਨਹੀਂ, ਇੱਥੇ ਕਿਉਂ ਆ? ਇਹ ਕਿਸੇ ਲੰਮੀ ਖੋਜ ਦਾ ਵਿਸ਼ਾ, ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ। ਪਰ ਇਹ ਸੱਚੀ ਹੈ ਕਿ ਭਾਰਤ ਵਿੱਚ ਇਸ ਵੇਲੇ ਬਿਮਾਰੀ ਵੱਧ ਰਹੀ ਹੈ। ਅਜੇ ਆ 4 ਦਿਨ ਪਹਿਲਾਂ ਦੀ ਗੱਲ ਹੈ, ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਪਣਾ ਇੱਕ ਪਾਰਲੀਮੈਂਟ ਮੈਂਬਰ ਕਰੋਨਾ ਦੀ ਬਿਮਾਰੀ ਨਾਲ ਮਰ ਗਿਆ। ਕੀ ਹੁਣ ਭਾਜਪਾ ਆਪਣੇ ਬੰਦੇ ਨੂੰ ਇਸ ਕਰਕੇ ਮਾਰ ਦੂਗੀ ਕਿ ਅਸੀਂ ਲੋਕਾਂ ਨੂੰ ਯਕੀਨ ਦਿਵਾਉਣਾ ਸੱਚਮੁੱਚ ਕਰੋਨਾ ਹੈਗਾ? ਉਹਨਾਂ ਦਾ ਆਪਣਾ ਪਾਰਲੀਮੈਂਟ ਮੈਂਬਰ ਵੀ ਜੇ ਉਹਨਾਂ ਤੋਂ ਬਚਾਇਆ ਨਹੀਂ ਜਾ ਸਕਿਆ ਤੇ ਇਹ ਤੋਂ ਸਮਝਣਾ ਚਾਹੀਦਾ ਕਿ ਬਿਮਾਰੀ ਸਿਰਫ ਖਿਆਲੀ ਨਹੀਂ, ਬਿਮਾਰੀ ਹਕੀਕੀ ਹੈ। ਔਰ ਬਿਮਾਰੀ ਵਾਸਤੇ ਜਿਹੜੇ ਪ੍ਰਬੰਧ ਨੇ ਉਹ ਵੀ ਸਾਰਿਆਂ ਨੂੰ ਰਲ ਮਿਲ ਕੇ ਤਾਲਮੇਲ ਕਰਕੇ ਹੀ ਕਰਨੇ ਪੈਣਗੇ। ਹੁਣ ਸਰ ਤੁਸੀਂ ਗੁਆਂਢੀ ਦੇਸ਼ ਦੀ ਗੱਲ ਕੀਤੀ ਸੀ। ਗੁਆਂਢੀ ਦੇਸ਼ 'ਚ ਇਮਰਾਨ ਖਾਨ ਹੋਰਾਂ ਨੂੰ ਕਹਿੰਦੇ ਉਹ ਭਰੋਸੇ ਦਾ ਵੋਟ ਲੈਣਾ ਪਿਆ ਸੀਗਾ ਤੇ ਉਹ ਕਹਿੰਦੇ ਲੈ ਲਿਆ। ਉਹਦੇ ਪਿੱਛੇ ਕਹਾਣੀਆਂ ਕਈ ਨਿਕਲ ਆਉਂਦੀਆਂ ਪਈਆਂ, ਉਹ ਕੀ ਗੱਲ ਹੈ ਜੀ? ਦੇਖੋ, ਇਮਰਾਨ ਖਾਨ ਦੇ ਖਿਲਾਫ ਕਿਸੇ ਨੇ ਕੋਈ ਬੇਭਰੋਸਗੀ ਮਤਾ ਪੇਸ਼ ਨਹੀਂ ਸੀ ਕੀਤਾ। ਹੋਇਆ ਇਹ ਕਿ ਪਾਰਲੀਮੈਂਟ ਦੇ ਉੱਪਰਲੇ ਹਾਊਸ ਸੈਨੇਟ ਦੀ ਚੋਣ ਸੀ। ਉਹ ਚੋਣ 'ਚ ਇਹਦੀ ਪਾਰਟੀ ਨੂੰ ਕਾਫੀ ਥਾਵਾਂ 'ਤੇ ਸ਼ਰਮਿੰਦਗੀ ਉਠਾਉਣੀ ਪਈ। ਖਾਸ ਕਰਕੇ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਬੇਨਜ਼ੀਰ ਭੁੱਟੋ ਵਾਲੀ ਪਾਕਿਸਤਾਨ ਪੀਪਲਸ ਪਾਰਟੀ ਦਾ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਜਿੱਤ ਗਿਆ। ਜਿਹੜਾ ਬੰਦਾ ਡਾਕਟਰ ਹਫੀਜ਼ ਇਹਦਾ ਕੈਬਨਿਟ ਮੰਤਰੀ ਕੇਂਦਰ ਦਾ ਇਹਨੇ ਖੜਾ ਕੀਤਾ ਸੀ ਇਮਰਾਨ ਖਾਨ ਨੇ, ਉਹ ਹਾਰ ਗਿਆ। ਅੱਜ ਤੱਕ ਕਦੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਆਖਿਆ ਕਿ ਮੇਰੇ ਮੈਂਬਰਾਂ ਨੇ ਪੈਸੇ ਲੈ ਕੇ ਵੋਟਾਂ ਪਾਤੀਆਂ। ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਪ੍ਰੈਸ ਦੇ ਸਾਹਮਣੇ ਆਖਿਆ ਕਿ ਕਰੀਏ ਕੀ, ਮੇਰੇ ਆਪਣੇ ਮੈਂਬਰਾਂ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੀ 2-2 ਕਰੋੜ ਰੁਪਏ ਲੈ ਕੇ ਯੂਸਫ ਰਜ਼ਾ ਗਿਲਾਨੀ ਨੂੰ ਵੋਟਾਂ ਪਾਤੀਆਂ, ਮੇਰੇ ਬੰਦੇ ਵੇਖ ਕੇ ਮੈਂ ਕੀ ਕਰਾਂ। ਫਿਰ ਇਹਨੇ ਆਖਿਆ, ਕਹਿੰਦਾ ਮੈਂ ਹੁਣ ਇਹਦੇ ਵਾਸਤੇ ਪਾਰਲੀਮੈਂਟ ਤੋਂ ਭਰੋਸਾ ਲਊਂਗਾ। ਜੇ ਪਾਰਲੀਮੈਂਟ ਮੈਨੂੰ ਭਰੋਸੇ ਦਾ ਵੋਟ ਦੇਵੇ ਤਾਂ ਫਿਰ ਤਾਂ ਮੈਂ ਪ੍ਰਧਾਨ ਮੰਤਰੀ ਰਹੂੰਗਾ, ਨਹੀਂ ਤਾਂ ਮੈਂ ਭੜਕ ਤੋਂ ਛੱਡ ਕੇ ਆਪੋਜੀਸ਼ਨ 'ਚ ਬਹਿ ਜਾਊਂਗਾ। ਲੋਕਾਂ ਆਖਿਆ ਵੇਖਿਆ ਜਾਂਦਾ ਵੀ ਪਾਰਲੀਮੈਂਟ 'ਚ ਇਹਨੂੰ 171 ਵੋਟਾਂ ਚਾਹੀਦੀਆਂ ਸੀ, ਇਹਨੂੰ 178 ਮਿਲ ਗਈਆਂ ਨੇ। ਇਹਦਾ ਮਤਲਬ ਭਰੋਸੇ ਦਾ ਵੋਟ ਨੇ ਲੈ ਲਿਆ। ਪਰ ਹੋਇਆ ਬਹੁਤ ਤਮਾਸ਼ਾ। ਜਿੰਨਾ ਚਿਰ ਤੱਕ ਭਰੋਸੇ ਦੇ ਮਤੇ 'ਤੇ ਬਹਿਸ ਹੁੰਦੀ ਰਹੀ, ਪ੍ਰਕਿਰਿਆ ਚੱਲਦੀ ਰਹੀ, ਇਮਰਾਨ ਖਾਨ ਨੇ ਸਿਰ ਨਹੀਂ ਚੁੱਕਿਆ। ਇਹਦੇ ਹੱਥ 'ਚ ਮਾਲਾ ਸੀ ਤਸਬੀਹ, ਉਹਦਾ ਮਣਕੇ ਤੇ ਮਣਕਾ ਹੀ ਮਾਰਦਾ ਰਿਹਾ, ਇੱਕ ਵਾਰ ਵੀ ਨਹੀਂ ਸਿਰ ਚੁੱਕਿਆ। ਫਿਰ ਜਦੋਂ ਬਹਿਸ ਖਤਮ ਹੋਈ ਤਾਂ ਬੜਾ ਅਜੀਬ ਤਰੀਕੇ ਨਾਲ ਵੋਟਾਂ ਗਿਣੀਆਂ ਗਈਆਂ, ਜਿੱਦਾਂ ਪੁਰਾਣੇ ਟਰਾਈਬਲ ਏਰੀਏ 'ਚ ਕਿਤੇ ਬੈਠੇ ਹੋਣ। ਇਹ ਕੋਈ ਉੱਥੇ ਕੰਪਿਊਟਰ 'ਤੇ ਵੋਟਿੰਗ ਨਹੀਂ ਹੋਈ, ਕਿਸੇ ਨੇ ਸਵਿੱਚ ਨਹੀਂ ਦੱਬੇ, ਕਿਸੇ ਨੇ ਹੱਥ ਨਹੀਂ ਖੜੇ ਕੀਤੇ ਤੇ ਹੱਥ ਨਹੀਂ ਗਿਣੇ। ਸਪੀਕਰ ਸਾਹਿਬ ਨੇ ਕਹਿ ਦਿੱਤਾ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੱਖ ਵਿੱਚ ਆ ਉਹ ਸੱਜੇ ਪਾਸੇ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਓ, ਜਿਹੜੇ ਵਿਰੋਧ ਵਿੱਚ ਆ ਉਹ ਖੱਬੇ ਪਾਸੇ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਓ। ਬਾਹਰ ਜਾ ਕੇ ਖਲੋਤਿਆਂ ਦੇ ਸਿਰ ਗਿਣ ਕੇ ਆਖਿਆ ਜੀ ਇੱਧਰ ਇੰਨੇ ਆ ਤੇ ਇੱਧਰ ਇੰਨੇ ਆ। ਇਹ ਅਜੀਬ ਤਰੀਕਾ ਜਿਹਦੇ ਨਾਲ ਵੋਟਿੰਗ ਗਿਣੀ ਗਈ ਹੈ। ਪਰ ਜੋ ਵੀ ਹੋਇਆ ਹੋਵੇ, ਇਮਰਾਨ ਖਾਨ ਦੇ ਪੱਖ ਵਿੱਚ 178 ਵੋਟਾਂ ਪੈ ਗਈਆਂ ਨੇ। ਪ੍ਰਧਾਨ ਮੰਤਰੀ ਤੌਰ 'ਤੇ ਭਰੋਸੇ ਦਾ ਵੋਟ ਉਹਨੇ ਲੈ ਲਿਆ। ਸਰਕਾਰ ਹਾਲ ਦੀ ਘੜੀ ਚੱਲਦੀ ਰਹੂ, ਪਰ ਕਦੋਂ ਤੱਕ ਇਹ ਕੋਈ ਪਤਾ ਨਹੀਂ। ਤੁਹਾਨੂੰ ਸਾਹਿਬ ਤੁਸੀਂ ਅੱਜ ਚਲੋ ਭਾਵੇਂ ਤਕਨੀਕ ਦੇ ਮਾਧਿਅਮ ਰਾਹੀਂ ਪਰ ਮੈਨੂੰ ਗੱਲਾਂ ਬਾਤਾਂ ਸੁਣਾਈਆਂ, ਦੁਬਾਰਾ ਤੁਹਾਡੇ ਨਾਲ ਬੈਠ ਕੇ ਮੈਨੂੰ ਬੜਾ ਚੰਗਾ ਲੱਗਾ। ਮੈਨੂੰ ਲੱਗਦਾ ਹੁਣ ਘੜੀ ਵੀ ਕਹਿੰਦੀ ਕਿ ਆਖਰੀ ਅੱਧਾ ਮਿੰਟ 1 ਮਿੰਟ ਹੀ ਬਚਿਆ। ਕੋਈ ਗੱਲ ਕੋਈ ਦੱਸਣੀ ਕਹਿਣੀ ਚਾਹੋ ਤੁਸੀਂ, ਜਾਂ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤੇ ਜ਼ਰੂਰ ਕਰੀਏ ਜੀ ਆਪਾਂ। ਨਾ ਮੈਂ ਅੱਧੇ ਮਿੰਟ 'ਚ ਕਹਿ ਦਿੰਦਾ। ਜਦੋਂ ਮੈਂ ਪਹਿਲੀ ਵਾਰੀ ਗਿਆ ਤੇ ਮੈਨੂੰ ਹਾਸੇ 'ਚ ਕਿਸੇ ਨੇ ਆਖਿਆ ਸੀ ਤੁਹਾਨੂੰ ਪਤਾ ਪੰਜਾਬ 'ਚ ਘਰ 'ਚ ਸਾਗ ਬਣਦਾ ਹੋਵੇ ਤੇ ਸਾਰੇ ਗਲੀ ਨੂੰ ਪਤਾ ਲੱਗ ਜਾਂਦਾ, ਇੱਥੇ ਘਰ 'ਚ ਸਾਗ ਬਣਦਾ ਹੋਵੇ ਤੇ ਘਰ ਦੇ ਜੀਆਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਕੈਨੇਡਾ ਦੇ ਸਾਗ 'ਚ ਕਹਿੰਦੇ ਜੀ ਕੋਈ ਖੁਸ਼ਬੂ ਕਿਸੇ ਕਿਸਮ ਦੀ ਕੋਈ ਵਾਸ਼ਨਾ ਆਉਂਦੀ ਨਹੀਂ। ਤੇ ਮੈਂ ਉਹ ਤੇ ਉਦੋਂ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ ਸੀ। ਹੁਣ ਤਾਂ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਨੂੰ ਕਹਿਣਾ, ਵੀਰ ਮੇਰਿਆ ਜੇ ਉੱਥੇ ਪਹੁੰਚ ਗਿਆ ਨਾ ਤੇ ਉਹ ਸਾਗ ਉੱਥੋਂ ਵਾਲਾ ਖਾ ਕੇ ਤੇ ਉਹ ਪਿੱਛਾ ਨਾ ਭੁਲਾ ਦਿਓ, ਮਾੜਾ ਮੋਟਾ ਸਾਂਝ ਰੱਖਿਓ। ਬੀਬੀਆਂ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਪੇਕਿਆਂ ਦਾ ਚੇਤਾ ਰੱਖਦੀਆਂ ਹੁੰਦੀਆਂ। ਇਹ ਪਹਿਲਾਂ ਪਰਮਵੀਰ ਬਾਠ ਨੂੰ ਵੀ ਮੈਂ ਕਹਿੰਦਾ ਰਿਹਾ, ਹੁਣ ਤੁਹਾਨੂੰ ਵੀ ਕਹਿ ਰਿਹਾ ਕਿ ਆ ਪੇਕਿਆਂ ਦਾ ਚੇਤਾ ਰੱਖਿਓ ਜਿਹੜਾ ਪੰਜਾਬ 'ਚ ਨੇ। ਔਰ ਇਹ ਤੁਹਾਨੂੰ ਇਕੱਲਿਆਂ ਨੂੰ ਨਹੀਂ, ਜਿੰਨੇ NRI ਉੱਥੇ ਸਾਡੇ ਭੈਣਾਂ ਭਰਾ ਬੈਠੇ ਨੇ,
ਕਈ ਸਾਡੇ ਬਜ਼ੁਰਗ ਬੈਠੇ ਨੇ, ਕਈ ਸਾਡੇ ਬੱਚਿਆਂ ਵਰਗੇ ਵੀ ਬੈਠੇ ਨੇ, ਉਹਨਾਂ ਸਾਰਿਆਂ ਨੂੰ ਆਖੂੰਗਾ ਕਿ ਉੱਥੋਂ ਦਾ ਸਾਗ ਜਿੰਨਾ ਮਰਜ਼ੀ ਖਾਇਓ ਪਰ ਪੇਕਿਆਂ ਦਾ ਚੇਤਾ ਰੱਖਿਓ। ਬਿਲਕੁਲ ਠੀਕ ਹੈ ਪੰਤ ਸਾਹਿਬ, ਤੁਹਾਡੀਆਂ ਇਹਨਾਂ ਦੁਆਵਾਂ, ਅਸੀਸਾਂ ਤੇ ਗੱਲਾਂ ਬਾਤਾਂ ਦੇ ਨਾਲ ਬਹੁਤ ਆਨੰਦ ਵਧਿਆ ਜੀ। ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਸ਼ੁਕਰੀਆ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅੱਜ ਇਸ ਤਕਨੀਕ ਦੇ ਰਾਹੀਂ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਏ ਤਾਂ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।